सतगुर की जिसनों मत आवे सो सतगुर माही समाना। एह बाणी जो जियों जाने तिस अंतर रवे हर नाम। बाणी गुरु गुरु है बाणी। विच बाणी अमृत सारे गुर बाणी कहे सेवक जन मानै। परतख गुरु निस्तारे बाणी बिरलो विचारसी। जे को गुरमुख होए एह बाणी महापुरख की। निज घर वासा होए सुने सिद्ध पीर सुरनाथ। सुने तरत तवल आकाश। सुने दीप लो पाताल। सुने पोह न सकै काल। नानक भगतां सदा विगास। सुने दुख पाप का नाश। नानक भगतां सदा विगास। सुने दुख पाप का नाश। वाहिगुरु जी का खालसा वाहिगुरु जी की फतेह। जपजी साहिब जी की ये 8वीं पौड़ी है जिस दी विचार अज आप जी सरवण करोगे। इस महीने की संग्रांत परसों 14 तरीक नूं है। 15 तरीक नूं गुरु अमरदास महाराज जी का प्रकाश गुरपुरब है जो इस ही स्थान ते शाम नूं 6 बजे तो लैके रात 10:30 बजे तक मनाया जाएगा। 13, 14, 15 विरसा संभाल संस्था वालों साचे मेल मिलाए का प्रोग्राम
ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਕੀਤਾ ਜਾ ਰਿਹਾ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਸਿੱਖ ਜਥਾ ਜਾਣਾ ਹੈ। ਕੱਲ੍ਹ 13 ਤਰੀਕ ਤੱਕ ਆਪਣਾ ਪਾਸਪੋਰਟ, 4 ਫੋਟੋ, 200 ਰੁਪਈਆ ਵੀਜ਼ਾ ਫੀਸ, ਆਧਾਰ ਕਾਰਡ ਜਾਂ ਇਲੈਕਸ਼ਨ ਕਾਰਡ ਦੀ ਕਾਪੀ ਆਪ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਜੋ ਕਮੇਟੀ ਦਾ ਮੁੱਖ ਦਫ਼ਤਰ ਹੈ ਉੱਥੇ ਜਮ੍ਹਾਂ ਕਰਵਾ ਦਿਓ ਤਾਂ ਕਿ ਸਮੇਂ ਨਾਲ ਯਾਤਰਾ ਦਾ ਠੀਕ ਯੋਗ ਪ੍ਰਬੰਧ ਕੀਤਾ ਜਾ ਸਕੇ। ਗੁਰੂ ਘਰ ਦੀ ਸੇਵਾ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਗੁਰਦੁਆਰਾ ਬੰਗਲਾ ਸਾਹਿਬ ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ ਜੋ ਕੋਵਿਡ-19 ਕਰਕੇ ਬੰਦ ਹੋ ਗਈ ਸੀ। ਆਪ ਜੀ ਪੁਰਾਣੇ ਕਾਰਡ ਜਮ੍ਹਾਂ ਕਰਵਾ ਕੇ ਨਵੇਂ ਲੈ ਸਕਦੇ ਹੋ। ਅੱਗੋਂ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ ਉਹ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਕਾਰਡ ਬਣਵਾ ਸਕਦੇ ਹੋ। ਹਫ਼ਤੇ ਵਿੱਚ 1 ਦਿਨ ਸੇਵਾ ਕਰਨੀ ਲਾਜ਼ਮੀ ਹੈ। ਸੇਵਾ ਦੇ ਸਮੇਂ ਇਹ ਕਾਰਡ ਤੁਸੀਂ ਆਪਣੇ ਗਲੇ ਵਿੱਚ ਪਾ ਕੇ ਰੱਖੋ। ਜੋ 550 ਬੱਚੇ 550 ਸਾਲਾਂ ਤੇ ਅਡਾਪਟ ਕੀਤੇ ਸਨ, ਇਹ ਉਹ ਬੱਚੇ ਨੇ ਜਿਨ੍ਹਾਂ ਦੇ ਜਾਂ ਤਾਂ ਮਾਤਾ ਪਿਤਾ ਨਹੀਂ ਹੈਗੇ ਜਾਂ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਗਰੀਬ ਨੇ, ਫੀਸਾਂ ਕਿਤਾਬਾਂ ਵਰਦੀਆਂ ਲੈ ਕੇ ਨਹੀਂ ਦੇ ਸਕਦੇ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਆਓ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हम अंधले अंध बिखे बिखराते, क्यों चालह गुर चाली, सतगुर दया करे सुख दाता। हम लावे आपन पाली, सतगुर दया करे सुख दाता। हम लावे आपन पाली, बेशुमार अथाह अगणित अतुलै। ज्यों बुलावो त्यों नानक दास बोले। ज्यों बुलावो त्यों नानक दास बोले। शब्दावतार बाणी दे बोहित। जुगो जुग अटल परम सन्मान योग परम सत्कार योग चबर शतर तखत के मालिक साहिब कबाल साहिब कमाल मुर्शद कामल कामले रहबर
ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਿਕ ਭੰਡਾਰ, ਸ਼ਾਹੇ ਸ਼ਹਿਨਸ਼ਾਹ, ਧੰਨ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਜੀ ਜੁੜ ਬੈਠੇ ਹੋ, ਕੀਰਤਨ ਦੇ ਨਾਲ ਜੁੜੇ ਹੋ, ਕਥਾ ਦੇ ਨਾਲ ਜੁੜ ਰਹੇ ਹੋ, ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਕੁਝ ਸੁਣਨ ਲਈ ਇੱਥੇ ਆਏ ਹੋ, ਤੇ ਜੋ ਸ਼ਬਦ ਵੀ ਸਰਵਣ ਕੀਤਾ ਹੈ ਨਾ, ਉਹਦੇ ਵਿੱਚ ਵੀ ਅੱਜ ਗੱਲ ਸੁਣਨ ਦੀ ਚੱਲਣੀ ਹੈ। ਸੁਣਨਾ ਹੈ। ਕਿਹਨੂੰ ਸੁਣਨਾ ਹੈ? ਗੁਰੂ ਨੂੰ। ਇਹਨਾਂ ਕੰਨਾਂ ਨੂੰ ਬਣਾਇਆ ਗਿਆ ਹੈ ਤੇ ਗੁਰਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਸਵਾਲ ਵੀ ਕੀਤਾ ਨਾ ਸਾਨੂੰ ਸਮਝਾਉਣ ਦੇ ਲਈ ਕਿ ਇਹ ਕੰਨੋਂ ਮੇਰੇ ਹੋ, ਤੁਹਾਨੂੰ ਪਤਾ ਕਿਉਂ ਬਣਾਇਆ ਹੈ? ਸੱਚ ਸੁਣਨ ਦੇ ਲਈ। ਇਹ ਸਰਵਣੋ ਮੇਰੇ ਹੋ, ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ, ਸ਼ਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਮਾਣੀ, ਸਚ ਅਲਖ ਵਿਡਾਣੀ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ। ਸੱਚ ਸੁਣਨੇ ਨੂੰ ਪਠਾਇਆ, ਖੀਰ ਦੇ ਵਿੱਚ ਕਹਿ ਦਿੱਤਾ ਨਾ। ਸ਼ਬਦ ਨੂੰ ਸੁਣਨਾ ਹੈ, ਗੁਰਬਾਣੀ ਨੂੰ ਸੁਣਨਾ ਹੈ, ਪਰ ਹੁੰਦਾ ਕੀ ਹੈ ਨਾ, ਸੁਣਦੇ ਤੇ ਹਾਂ ਅਸੀਂ, ਪਰ ਕਈ ਵਾਰੀ ਜੋ ਸੁਣਿਆ ਹੈ ਜਾਂ ਤੇ ਅਸੀਂ ਆਪਣੀ ਮਨਮਰਜ਼ੀ ਦਾ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਭਾਉਂਦਾ ਹੋਵੇ, ਤੇ ਜਾਂ ਫਿਰ ਜੋ ਸੁਣਿਆ ਹੈ ਉਹਨੂੰ ਆਪਣੇ ਅਨੁਸਾਰ, ਆਪਣੀ ਮਤ ਅਨੁਸਾਰ ਤੋੜ ਮਰੋੜ ਕੇ ਤੇ ਉਹਨਾਂ ਗੱਲਾਂ ਉੱਤੇ ਅਮਲ ਕਰਦੇ ਹਾਂ। ਐਸਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵੇਲੇ ਦੋ ਸਿੰਘ ਸਨ, ਮਾਲਾ ਸਿੰਘ ਤੇ ਲਾਹੌਰਾ ਸਿੰਘ। ਹੁਣ ਸਤਿਗੁਰੂ ਜੀ ਉੱਪਰੋਂ ਵੇਖ ਰਹੇ ਨੇ, ਮਾਲਾ ਸਿੰਘ ਨੇ ਕੁਝ ਪੈਸੇ ਦਿੱਤੇ ਸਨ ਲਾਹੌਰਾ ਸਿੰਘ ਨੂੰ। ਹੁਣ ਜਿਸ ਵੇਲੇ ਮੰਗੇ, ਕਿਉਂਕਿ ਸਾਹਿਬਜ਼ਾਦਿਆਂ ਦਾ ਖਿਡਾਵਾ ਸੀ ਤੇ ਵਿਸ਼ਵਾਸ ਕਰ ਲਿਆ ਤੇ ਪੈਸੇ ਦੇ ਦਿੱਤੇ। ਹੁਣ ਜਦ ਪੈਸੇ ਮੰਗਣ ਲੱਗੇ ਤੇ ਲਾਹੌਰਾ ਸਿੰਘ ਮੁਕਰ ਗਿਆ। ਉਹ ਕਹਿਣ ਲੱਗਾ, ਜੀ ਮੈਂ ਮੁਕਰਿਆ, ਮੈਂ ਤੁਹਾਡੇ ਤੋਂ ਪੈਸੇ ਲਏ ਹੀ ਨਹੀਂ। ਮਾਲਾ ਸਿੰਘ ਕਹਿਣ ਲੱਗਾ, ਤੂੰ ਮੁਕਰ ਗਿਆ? ਕਹਿਣ ਲੱਗਾ, ਹਾਂ ਮੁਕਰ ਗਿਆ, ਮਨਮਤ ਅਨੁਸਾਰ ਨਹੀਂ ਮੁਕਰਿਆ, ਗੁਰਮਤ ਅਨੁਸਾਰ ਮੁਕਰਿਆ। ਕਹਿਣ ਲੱਗੇ, ਹੈ ਗੁਰਮਤ ਅਨੁਸਾਰ ਵੀ ਮੁਕਰਿਆ ਜਾਂਦਾ ਤੇ ਉਹ ਕਿਸ ਤਰ੍ਹਾਂ? ਤੇ ਉਦੋਂ ਪੰਕਤੀ ਸੁਣਾ, ਕੇਤੇ ਲੈ ਲੈ ਮੁਕਰ ਪਾਏ। ਕਹਿੰਦੇ ਇਹਨੇ ਤਾਂ ਪੰਕਤੀ ਪੜ੍ਹ ਕੇ ਤੇ ਆਪਣੇ ਆਪ ਨੂੰ ਛਡਾ ਲਿਆ, ਹੁਣ ਮੈਂ ਕੀ ਜਵਾਬ ਦਿਆਂਗਾ? ਕੁਝ ਸਮੇਂ ਤੋਂ ਬਾਅਦ ਸੁੱਟ ਟਿਕਾਣੇ ਆਈ ਤੇ ਪੰਕਤੀ ਉਹਨੇ ਵੀ ਜਵਾਬ ਦੇ ਵਿੱਚ ਕਹਿ ਦਿੱਤੀ। ਕਹਿੰਦੇ ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਜੇ ਤੂੰ ਮੁਕਰ ਗਿਆ ਹੈ, ਕਿਤੇ ਲੈ ਲੈ ਮੁਕਰ ਪਾਏ ਦੀ ਪੰਕਤੀ ਪੜ੍ਹੀ ਆ, ਤੂੰ ਮੁਕਰ ਗਿਆ ਗੁਰਮਤ ਅਨੁਸਾਰ,
ਤੇ ਮੈਂ ਵੀ ਹੁਣ ਗੁਰਮਤਿ ਅਨੁਸਾਰ ਕਹਿ ਰਿਹਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵੇ। ਤੇ ਹੁਣ ਫਿਰ ਦੂਜਾ ਜਵਾਬ ਲਾਹੌਰਾ ਸਿੰਘ ਵੱਲੋਂ ਆ ਗਿਆ। ਕਹਿਣ ਲੱਗੇ ਜੀ ਜੇ ਇਹ ਗੱਲ ਹੈ ਤੇ ਲੇਖਾ ਕੋਈ ਨਾ ਪੁੱਛੇ ਜਾ ਗੁਰ ਬਖਸ਼ਣ ਦਾ। ਹੁਣ ਪੰਕਤੀ ਆ, ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ਣ ਦਾ, ਪਰ ਆਪਣੇ ਮਤ ਅਨੁਸਾਰ ਆਪਣੀ ਗੱਲ ਨੂੰ ਅੱਗੇ ਰੱਖਣਾ ਸੀ। ਤੇ ਗੁਰਬਾਣੀ ਦੀ ਵੀ ਬੇਅਦਬੀ ਕੀਤੀ, ਗੁਰਬਾਣੀ ਨੂੰ ਉਲਟ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੀ ਮਤ ਅਨੁਸਾਰ ਉਸ ਗੁਰਬਾਣੀ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਆਪਣੇ ਫਾਇਦੇ ਦੇ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਤੁਸੀਂ ਕੀ ਸੁਣਨ ਲੱਗੇ ਹੋ? ਤੁਸੀਂ ਕੀ ਸੁਣਿਆ ਹੈ ਹੁਣ ਤੱਕ? ਗੁਰਬਾਣੀ ਅਸੀਂ ਸੁਣਦੇ ਹਾਂ, ਤਿੰਨੋਂ ਹੀ ਚੀਜ਼ਾਂ ਨੇ, ਕਹਿਣਾ ਹੈ, ਸੁਣਨਾ ਹੈ ਤੇ ਮੰਨਣਾ ਹੈ। ਇਹ ਜੋ ਬਾਣੀ ਆਰੰਭ ਹੋਈ ਹੈ ਨਾ ਜਪਜੀ ਸਾਹਿਬ ਦੀ, ਪਹਿਲਾਂ ਕਿਹਾ ਗਿਆ ਹੈ ਜਿਹੜਾ ਜੋ ਚੀਜ਼ ਕਹੀ ਹੈ ਉਹਨੂੰ ਸੁਣਨਾ ਹੈ। ਗੁਰੂ ਵੱਲੋਂ ਜੋ ਹੁਕਮ ਸਾਨੂੰ ਦਿੱਤਾ ਗਿਆ ਉਹਨੂੰ ਸੁਣਨਾ ਹੈ ਤੇ ਫਿਰ ਸੁਣ ਕੇ ਸਮਝਣਾ ਹੈ ਤੇ ਸਮਝ ਕੇ ਫਿਰ ਉਹਨੂੰ ਮੰਨਣਾ ਹੈ। ਕਹਿਣਾ, ਸੁਣਨਾ ਤੇ ਮੰਨਣਾ, ਇਹ ਤਿੰਨ ਚੀਜ਼ਾਂ ਸ੍ਰੇਸ਼ਟ ਨੇ। ਤੇ ਹੁਣ ਜੋ ਇਹ 4 ਪੌੜੀਆਂ ਸੁਣਿਆ ਸਿੱਧ ਪੀਰ ਸੁਰਨਾਥ, ਤੇ ਅੱਗੇ ਚੱਲ ਕੇ ਹੋਰ 3 ਪੌੜੀਆਂ ਆਉਣੀਆਂ ਨੇ। ਇਹਦੇ ਵਿੱਚ ਸੁਣਨ ਦੀ ਗੱਲ ਕੀਤੀ ਗਈ ਹੈ, ਸੁਣਨਾ ਕੇਂਦਰਤ ਲਫ਼ਜ਼ ਹੈ। ਤੇ ਅੱਗੇ ਚੱਲ ਕੇ ਇਹਨਾਂ ਤੋਂ ਬਾਅਦ ਜੋ 4 ਪੌੜੀਆਂ ਆਉਣਗੀਆਂ ਉਹਦੇ ਵਿੱਚ ਮੰਨਣ ਦੀ ਗੱਲ ਕੀਤੀ ਗਈ ਹੈ। ਮੰਨਣਾ ਕਿਸ ਤਰ੍ਹਾਂ ਹੈ? ਪਰ ਪਹਿਲੀ ਗੱਲ ਹੈ ਕਿ ਗੁਰੂ ਨੇ ਕੁਝ ਕਿਹਾ ਹੈ, ਗੁਰੂ ਨੇ ਹੁਕਮ ਕੀਤਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਗੁਰੂ ਦਾ ਹੁਕਮ ਹੀ ਹੈ ਜੋ ਗੁਰੂ ਨੇ ਕਿਹਾ ਹੈ, ਗੁਰੂ ਨੇ ਬੋਲਿਆ। ਤੇ ਜੋ ਗੁਰੂ ਬੋਲ ਰਿਹਾ ਹੈ ਉਹਨੂੰ ਸੁਣੀਏ, ਤੇ ਜੇ ਸੁਣਿਆ ਹੈ ਤੇ ਫਿਰ ਉਹਨੂੰ ਸਮਝੀਏ ਵੀ, ਤਾਂ ਹੀ ਸਾਨੂੰ ਸਮਝ ਪੈ ਸਕਦੀ ਹੈ। ਪਰ ਹੁੰਦਾ ਕੀ ਆ ਕਿ ਅਸੀਂ ਸਿਰਫ ਆਪਣੇ ਮਨ ਭਾਉ ਦੀ ਗੱਲ ਸੁਣਨੀ ਚਾਹੁੰਦੇ ਹਾਂ। ਇਹ ਮੈਂ ਇੱਕ ਵਾਰੀ ਬੇਨਤੀ ਵੀ ਕੀਤੀ ਸੀ, ਗੁਰਦੁਆਰਾ ਦਮਦਮਾ ਸਾਹਿਬ ਐਜ਼ ਏ ਹੈਡ ਗ੍ਰੰਥੀ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੀਸ 'ਤੇ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਲੈ ਰਹੇ ਨੇ। ਤੇ ਕਈ ਵਾਰੀ ਨਾ ਜਦ ਕੋਈ ਪ੍ਰੋਗਰਾਮ ਹੋਵੇ ਪਰਿਵਾਰ ਵੱਲੋਂ ਤੇ ਖੁਸ਼ੀ ਦਾ ਪ੍ਰੋਗਰਾਮ ਹੋਵੇ, ਤੇ ਜਦ ਹੁਕਮਨਾਮਾ ਆ ਜਾਂਦਾ ਨਾ, ਮਨ ਰੇ ਕੌਣ ਕੁਮਤੈ ਲੀਨੀ ਪਰਦਾਰਾ ਨਿੰਦਿਆ ਰਸਰਚਿਓ ਰਾਮ ਭਗਤ ਨੇ ਕੀਨੀ, ਉਦੋਂ ਬੜੇ ਹੋਰ ਤਰੀਕੇ ਦੇ ਨਾਲ ਉਹਨਾਂ ਦੀ ਬਾਡੀ ਲੈਂਗੁਏਜ ਹੋ ਜਾਂਦੀ ਹੈ ਵੀ ਇਹ ਇੱਕ ਇਹੋ ਜਿਹਾ ਸ਼ਬਦ ਆ ਗਿਆ, ਖੁਸ਼ੀ ਦਾ ਮੌਕਾ। ਤੇ ਗੁਰੂ ਸ਼ਾਇਦ ਸਾਨੂੰ ਤਾੜਨਾ ਕਰ ਰਹੇ ਨੇ। ਤੇ ਜੇ ਕਿਤੇ ਕਈ ਵਾਰੀ ਕਿਸੇ ਮ੍ਰਿਤਕ ਦਾ ਪ੍ਰੋਗਰਾਮ ਹੋਵੇ, ਕੋਈ ਉਹੋ ਜਿਹਾ ਸਮਾਗਮ ਹੋਵੇ, ਦੀਵਾਨ ਲੱਗਿਆ ਹੋਵੇ, ਤੇ ਜਦ ਅਰਦਾਸ ਤੋਂ ਬਾਅਦ ਹੁਕਮਨਾਮਾ ਆ ਜਾਵੇ, ਗੁਰਪੂਰ ਹੈ ਕਿਰਪਾ ਧਾਰੀ ਪਰ ਪੂਰੀ ਲੋਚ ਮਾਰੀ, ਕਈ ਵਾਰੀ ਐਸਾ ਹੋ ਜਾਂਦਾ। ਹੁਣ ਇਹ ਸਾਡੀ ਮਰਜ਼ੀ ਦੇ ਹੁਕਮ ਥੋੜੀ ਨੇ, ਹੁਕਮ ਹੈ ਗੁਰੂ ਦਾ। ਅਰਦਾਸ ਕੀਤੀ ਗਈ ਹੈ ਗੁਰੂ ਅੱਗੇ। ਜਿਹੋ ਜੀ ਅਰਦਾਸ, ਜਿਹੋ ਜੀ ਭਾਵਨਾ ਤੁਹਾਡੀ ਹੋਵੇਗੀ ਗੁਰੂ ਦੇ ਸਾਹਮਣੇ ਅਰਦਾਸ ਕਰਨ ਲੱਗੇ ਆ, ਗੱਲ ਤਾਂ ਇਹੀ ਆ ਨਾ, ਪੋਥੀ ਪਰਮੇਸ਼ਵਰ ਕਾ ਥਾਨ ਸਾਧ ਸੰਗ ਗਾਵੇ ਗੁਰ ਗੋਬਿੰਦ ਪੂਰਨ ਬ੍ਰਹਮ ਗਿਆਨ। ਗਿਆਨ ਕਦੋਂ ਹੋਵੇਗਾ? ਜਦ ਗੱਲ ਨੂੰ ਸੁਣੋਗੇ, ਜਦ ਉਹਦੇ ਗੁਣਾਂ ਨੂੰ ਗਾਇਆ ਜਾਵੇਗਾ, ਗੁਰਬਾਣੀ ਨੂੰ ਗਾਇਆ ਜਾਵੇਗਾ, ਤੇ ਕਥਾ ਰਾਹੀਂ ਵਿਚਾਰਿਆ ਜਾਵੇਗਾ, ਤੇ ਉਸ ਵਿਚਾਰ ਨੂੰ ਸੁਣਿਆ ਜਾਵੇਗਾ, ਤਾਂ ਹੀ ਸਮਝ ਪੈ ਸਕਦੀ ਹੈ ਸਾਨੂੰ।
कि जे मन रहे कौन कुमतै लीनी परदारा निंदिया रस रचियो राम भगत नह कीनी। जे हुक्म आ गया है ते भलिया गुरु नाराज नहीं है तेरे तो। गुरु ते तैनूं दस रहे है कि जे खुशी का मौका है तो फिर इस खुशी के मौके दे विच जिहड़ियां दातां जिहड़ियां बख्शिशां तैनूं मिलियां ने अपने मन के अंदर केवल उन्हां बख्शिशां नूं ही रख के ना बैठ जाए जिन्हां बख्शिशां नूं तूं प्राप्त कीता है वो दाते वल्लों मिलियां ने। मन रे कौन कुमत है लीनी परदारा निंदिया रस रचियो राम भगत नह कीनी। इन्ना सब कुछ परमात्मा वाहिगुरू वल्लों तैनूं मिल रहा है, तू क्यों नहीं उहदा नाम जपदा? उहदी बंदगी क्यों नहीं करदा? उहदी बंदगी नहीं कीती, उहदी भगती नहीं कीती। तो जे उहदी भगती करेगा वो तो है ही ऐसा सुख सागर सुरतर चिंतामन काम देन बस जाके चार पदार्थ अष्ट दसा सिद्ध नौ निध कर तल ताके। वो तो सुखां दा खजाना है, पर तेरा फर्ज है, तेरा फर्ज की है? तू हर वेले उहदा शुकराना करे, परमात्मा वाहिगुरू की बंदगी करे। सुख जितने भी ने सुख आ जाण ते उहदा शुकराना होवे, दुख आ जाण ते दुख वेले भी जे परमात्मा वाहिगुरू की बंदगी तेरे हिरदे च वसी हुई है तो फिर नानक भगतां सदा विकास सुनिया दुख पाप का नास। अगे पंक्ति होनी है, पर गल तां है सुनन दी, सरवण करना है, गुरु नूं सरवण करना, गुरबाणी नूं सुनना। असी केवल वो सुनना चाहते हैं जो साडे मन नूं भाउंदा है, असी वो नहीं सुनना चाहते जो गुरु सानूं दसना चाहते हैं, जो परमात्मा साडे उत्ते सानूं बख्शिशां करना चाहुंदा है। असी कई बारी ना उलामा दे दिंदे हैं। एक बड़े चंगा ख्याल किते सुनन नूं मिलिया, वो कहण लग्या आई वॉज प्राइंग टूवर्ड्स द गॉड टू गिव मी द स्ट्रेंथ। मैं अरदास की कि मैनू स्ट्रेंथ मिले, मैनू बल मिले, पर परमात्मा ने कीता कि परमात्मा ने डिफिकल्टीज दित्तियां टू ओवरकम फ्रॉम दोज प्रॉब्लम्स। उन्हां मुश्किलों नूं पार करन करके उस मुश्किल नूं पार कर सकदा है या नहीं, उन्हां औकड़ां बाधावां नूं पार कर सकदा है या नहीं। मेहनत करके उन्हां औकड़ां बाधावां नूं पार करके तू सोचिया सी, तू अरदास कीती कि मैनूं बल मिले, पर तैनूं मुश्किल इस करके दित्ती गई है, मुश्किलां तेरे सामने इस करके आईयां ने ताकि तू होर मजबूत हो सके। मजबूती दे नाल गुरु दे आशे अनुसार गुरु ते विश्वास रख के उन्हां मुश्किलों का सामना करे। तो फिर कहते फिर मैं प्रेयर की, ओ गॉड प्लीज़ गिव मी विजडम, मैनूं समत बख्शिश करो। पर परमात्मा ने फिर मैनूं इहो जी सिचुएशनस दे दित्तियां जिस सिचुएशन नूं मैं आप सॉल्व करना है, उस सिचुएशन उस प्रॉब्लम तो बाहर किस तरह निकलना है। मैं तो अरदास कीती सी ना कि मैनूं बुद्धि मिले, समत मिले, पर गुरु ते विश्वास रख के परमात्मा ने तैनूं प्रॉब्लम दित्ती है सॉल्व करन दे लई, ताकि अगे चल के जद कदी भी मुश्किल कोई आवे, कोई इहो जी प्रॉब्लम आवे, तैनूं पता लग जावे गुरु दे दसे हुए रस्ते उत्ते जे तू तुर रहा है तो तैनूं सोझी मिलेगी, तैनूं वो बुद्धि मिलेगी, वो एक्सपीरियंस होवेगा तेरे कोल। अरदास कीती कि सतगुरु जी ओ गॉड प्लीज़ गिव मी करेज, मैनूं हिम्मत बख्शिश करो। पर परमात्मा ने कीता कि परमात्मा ने हिम्मत बख्शण दे लई
ਸਾਹਮਣੇ ਫੇਰ ਦੁਬਾਰਾ ਇਹੋ ਜਿਹੀ ਸਿਚੁਏਸ਼ਨ ਰੱਖ ਦਿੱਤੀ, ਇਹੋ ਜਿਹੀ ਕਠਿਨਾਈਆਂ ਰੱਖ ਦਿੱਤੀਆਂ ਕਿ ਗੁਰੂ ਦੇ ਵਿਸ਼ਵਾਸ ਉੱਤੇ ਤੁਰ ਕੇ ਉਹਨਾਂ ਕਠਿਨਾਈਆਂ ਨੂੰ ਤੂੰ ਪਾਰ ਕਰ ਸਕੇ। ਅਰਦਾਸ ਕੀਤੀ ਕਿ ਪ੍ਰਮਾਤਮਾ ਮੈਨੂੰ ਸਮਾਜ ਦਾ ਪਿਆਰ ਮਿਲੇ। ਹੁਣ ਸਮਾਜ ਦਾ ਪਿਆਰ ਤੇ ਮਿਲਣਾ ਸੀ। ਸਮਾਜ ਵੱਲੋਂ ਸਤ ਸੰਗਤ ਜੀ ਯਾਦ ਰੱਖਣਾ, ਪਿਆਰ ਇੱਜ਼ਤ ਦੋ ਪ੍ਰਕਾਰ ਦਾ ਹੁੰਦਾ ਹੈ। ਦੋ ਪ੍ਰਕਾਰ ਦੇ ਲੋਕ ਨੇ ਜੋ ਤੁਹਾਨੂੰ ਇੱਜ਼ਤ ਵੀ ਦੇਣਗੇ, ਤੁਹਾਡੇ ਨਾਲ ਪਿਆਰ ਕਰਨਗੇ। ਇੱਕ ਪ੍ਰਕਾਰ ਦੇ ਲੋਕ ਉਹ ਨੇ ਜੋ ਕੇਵਲ ਤੁਹਾਡੇ ਕੱਪੜਿਆਂ ਨੂੰ ਵੇਖਣਗੇ, ਤੁਹਾਡਾ ਪਹਿਰਾਵਾ ਕਿਹੋ ਜਿਹਾ ਹੈ ਤੇ ਤੁਹਾਡੀ ਕਿੰਨੀ ਕੁ ਪਹੁੰਚ ਹੈ, ਤੁਹਾਡੀ ਪੋਜੀਸ਼ਨ ਕਿਹੋ ਜਿਹੀ ਹੈ। ਤੁਹਾਡੀ ਮਹਿਲ ਮਾੜੀਆਂ ਨੂੰ ਵੇਖ ਕੇ, ਤੁਹਾਡੀ ਪੋਜੀਸ਼ਨ ਨੂੰ ਵੇਖ ਕੇ ਲੋਕ ਤੁਹਾਡੇ ਕੋਲ ਆਉਣਗੇ, ਤੁਹਾਡੀ ਇੱਜ਼ਤ ਕਰਨਗੇ, ਤੁਹਾਨੂੰ ਪਿਆਰ ਕਰਨਗੇ। ਪਰ ਇੱਕ ਦੂਜੇ ਲੋਕ ਨੇ, ਉਹ ਲੋਕ ਇਹੋ ਜਿਹੇ ਨੇ ਜਦ ਉਹਨਾਂ ਦੇ ਨਾਲ ਤੁਸੀਂ ਬੈਠੋਗੇ, ਜਦ ਪਿਆਰ ਦੇ ਦੋ ਬੋਲ ਬੋਲੋਗੇ, ਉਹਨਾਂ ਨੂੰ ਪੈਸੇ ਨਹੀਂ ਚਾਹੀਦੇ। ਦੂਜੀ ਪ੍ਰਕਾਰ ਦੇ ਲੋਕ ਉਹ ਨੇ, ਉਹਨਾਂ ਨੂੰ ਨਾ ਤੁਹਾਡੇ ਨਾਲ, ਤੁਹਾਡੀ ਮਹਿਲ ਮਾੜੀਆਂ ਦੇ ਨਾਲ ਮਤਲਬ ਹੈ, ਨਾ ਤੁਹਾਡੀ ਗੱਡੀ ਮੋਟਰ ਕਾਰ ਦੇ ਨਾਲ ਮਤਲਬ ਹੈ। ਕੇਵਲ ਉਹਨਾਂ ਦੇ ਨਾਲ ਦੋ ਬੋਲ ਪਿਆਰ ਦੇ ਬੋਲ ਲਓਗੇ, ਜਾਂ ਮਾੜੇ ਬੰਦਿਆਂ ਦੇ ਨਾਲ ਇੱਜ਼ਤ ਨਾਲ ਪੇਸ਼ ਆ ਜਾਓਗੇ, ਪਿਆਰ ਦੇ ਬੋਲ ਬੋਲ ਲਓਗੇ, ਹੋਵੇਗਾ ਕਿ ਉਹਦੇ ਵਿੱਚ ਵੀ ਤਬਦੀਲੀ ਆ ਜਾਵੇਗੀ। ਉਹ ਅਸੀਸਾਂ ਤੁਹਾਨੂੰ ਮਿਲਣਗੀਆਂ ਜੇ ਕਿਸੇ ਜ਼ਰੂਰਤਮੰਦ ਦੀ ਤੁਸੀਂ ਮਦਦ ਕਰਦੇ ਹੋ। ਅਰਦਾਸ ਕੀਤੀ ਕਿਸੇ ਨੇ ਕਿ ਓ ਗॉड ਪਲੀਜ਼ ਗਿਵ ਮੀ ਅ ਲਵ, but God gave us a people to help। ਕੁਝ ਇਹੋ ਜਿਹੇ ਲੋਕ ਦੇ ਦਿੱਤੇ ਜਿਨ੍ਹਾਂ ਦੀ ਮਦਦ ਕਰਨੀ ਆ, ਮਦਦ ਕਰਨੀ ਆ, ਸੇਵਾ ਕਰਨੀ ਆ, ਤਾਂ ਕਿ ਸੱਚੇ ਦਿਲੋਂ ਆਸੀਸ ਮਿਲ ਸਕੇ ਉਹਨਾਂ ਲੋਕਾਂ ਵੱਲੋਂ। ਕਈ ਐਸੇ ਲੋਕ ਨੇ ਜਿਨ੍ਹਾਂ ਦੀ ਸੇਵਾ ਲੱਗੀ, ਅਰਦਾਸ ਕਰਦੇ ਨੇ ਕਿ ਸਮਾਜ ਦਾ ਪਿਆਰ ਮਿਲੇ, ਔਰ ਵਾਕਈ ਸਮਾਜ ਦਾ, ਬਰਾਦਰੀ ਦਾ ਪਿਆਰ, ਇੱਜ਼ਤ, ਮਾਣ, ਸਤਿਕਾਰ ਉਹਨਾਂ ਨੂੰ ਸਹੀ ਤੌਰ 'ਤੇ, ਸਹੀ ਮਾਇਨਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਮਿਲ ਰਿਹਾ ਹੈ ਜੋ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਪਰਵਾਹ ਨਾ ਕਰਕੇ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ ਕੇ ਸਮੁੱਚੀ ਮਨੁੱਖਤਾ ਦੇ ਭਲੇ ਦੇ ਲਈ ਆਪਣਾ ਜੀਵਨ ਬਤੀਤ ਕਰ ਰਹੇ ਨੇ, ਉਹ ਸੇਵਾਵਾਂ ਕਰ ਰਹੇ ਨੇ। ਕਿਉਂਕਿ ਗੁਰੂ ਵੀ ਐਸਾ ਹੀ ਹੈ, ਗੁਰੂ ਵੀ ਸਾਰਿਆਂ ਦੀ ਪ੍ਰਤਪਾਲਨਾ ਕਰਦਾ। ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਸ਼ੂ ਨਗਨਾਗ ਨਿਰਾਦਬ, ਸਰਬ ਸਮੈ ਸਭ ਕੋ ਪ੍ਰਤਪਾਰ। पोखत है जल में थल में पल में, कल के नहीं कर्म विचार। दीन दयाल दया निध, दोखन देखत है परदेत ना हारे। गुरु भी से ਪ੍ਰਤਪਾਲਨਾ ਕਰਦਾ ਹੈ, ਸਾਰਿਆਂ ਦੀ ਰਾਖੀ ਕਰਦਾ ਹੈ। ਤੇ ਜੇ ਉਹਦੀ ਗੱਲ ਸੁਣ ਕੇ ਸਮਾਜ ਦੇ ਵਿੱਚ ਰਹਿ ਕੇ ਗੱਲ ਚੱਲ ਰਹੀ ਹੈ ਸੁਣਨ ਦੀ, ਤੇ ਜੇ ਗੁਰੂ ਨੂੰ ਸੁਣੋਗੇ ਤੇ ਉਹਦੇ ਵਰਗੇ ਹੋ ਜਾਓਗੇ। ਮੈਂ ਬੇਨਤੀ ਕਰਦੇ ਹਾਂ, ਅਸੀਂ ਜਿਹੋ ਜਿਹਾ ਸੁਣਦੇ ਹਾਂ ਨਾ, ਕਈ ਵਾਰੀ ਉਹੋ ਜਿਹਾ ਹੀ ਹੋ ਜਾਂਦੇ ਹਾਂ। ਹੁਣ ਇੱਕ ਬੱਚਾ ਵੀ ਹੈ ਨਾ, ਐਗਜ਼ਾਮਪਲ ਲੈ ਲਓ ਤੁਸੀਂ, ਇੱਕ ਛੋਟਾ ਬੱਚਾ ਵੀ ਹੈ, ਨਿਊਬੋਰਨ ਬੇਬੀ ਹੈ। ਹੁਣ ਕਈ ਵਾਰੀ ਹੁੰਦਾ ਕੀ ਹੈ, ਮਾਂ ਬਾਪ ਜੋ ਨੇ ਉਹਨੂੰ ਗੋਦੀ ਵਿੱਚ ਲੈਂਦੇ ਨੇ ਤੇ ਹਾਲੇ ਛੋਟਾ ਹੀ ਹੈ, ਹਾਲੇ ਚੰਗੀ ਤਰ੍ਹਾਂ ਬੋਲਣਾ ਸਿੱਖਦਾ ਨਹੀਂ ਹੈ, ਪਰ ਫਿਰ ਵੀ ਮਾਂ ਬਾਪ ਵੀਰ ਭੈਣ ਲੱਗੇ ਰਹਿੰਦੇ ਨੇ ਕਿ ਮਾਮਾ ਬੋਲੋ ਜਾਂ ਪਾਪਾ ਬੋਲੋ ਜਾਂ ਵੀਰ ਬੋਲੋ, ਲੱਗੇ ਰਹਿੰਦੇ ਨੇ। ਕੁਝ ਸਮੇਂ ਤੋਂ ਬਾਅਦ ਹੁੰਦਾ ਕੀ ਹੈ, ਉਹੀ ਬੱਚਾ ਜਿਹੜਾ ਹੈ, ਕਿਉਂਕਿ ਸੁਣਿਆ ਹੈ, ਸੁਣ ਸੁਣ ਕੇ ਮਾਇੰਡ ਦੇ ਵਿੱਚ ਨਾ ਉਹ ਸ਼ਬਦ ਉਹਦੇ ਘਰ ਕਰ ਗਏ, ਉਹ ਸ਼ਬਦ ਫਿੱਟ ਹੋ ਗਏ। ਹੁਣ ਜੋ ਉਹਨੂੰ ਬੁਲਾਇਆ ਹੈ ਮਾਂ ਨੇ, ਉਹ ਮਾਂ ਹੀ ਬੋਲੇਗਾ।
ਜੇ ਪਾਪਾ ਬੁਲਾਇਆ ਤੇ ਪਾਪਾ ਬੋਲੇਗਾ, ਜੇ ਵੀਰ ਬੁਲਾਇਆ ਵੀਰ ਬੋਲੇਗਾ। ਬਿਲਕੁਲ ਇਸੇ ਤਰ੍ਹਾਂ ਸਤ ਸੰਗਤ ਜੀ, ਜਿਹੋ ਜਿਹਾ ਅਸੀਂ ਸੁਣਦੇ ਹਾਂ ਨਾ, ਜਿਸ ਨੂੰ ਸੁਣਦੇ ਹਾਂ ਉਹਦੇ ਵਰਗੇ ਹੀ ਹੋ ਜਾਂਦੇ ਹਾਂ। ਤੇ ਸਾਹਿਬ ਨੇ ਕਹਿ ਵੀ ਦਿੱਤਾ ਨਾ, ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਜੋ ਕੁਝ ਵੀ ਅਸੀਂ ਸੁਣਦੇ ਹਾਂ, ਬੋਲਦੇ ਹਾਂ ਜਾਂ ਦੇਖਦੇ ਹਾਂ, ਉਹ ਸਿੱਧਾ ਹੀ ਸਾਡੇ ਹਿਰਦੇ ਤੱਕ ਪਹੁੰਚਦਾ। whatever you heard, whatever you seen, whatever you said, it goes to your heart। ਕੁਛ ਵੀ ਤੁਸੀਂ ਸੁਣਦੇ ਹੋ, ਕੁਛ ਵੀ ਤੁਸੀਂ ਦੇਖਦੇ ਹੋ ਜਾਂ ਬੋਲਦੇ ਹੋ, ਤੁਹਾਡੇ ਹਿਰਦੇ ਤੱਕ ਪਹੁੰਚਦਾ ਹੈ। ਸੁਣਿਆ ਭਾਵੇਂ ਕਿਸੇ ਤੋਂ ਤੁਹਾਡੇ ਹਿਰਦੇ ਤੱਕ ਪਹੁੰਚੇਗਾ, ਤੁਸੀਂ ਦੇਖਿਆ ਤੁਹਾਡੇ ਹਿਰਦੇ ਤੱਕ ਪਹੁੰਚੇਗਾ, ਭਾਵੇਂ ਚੰਗਾ ਹੋ ਰਿਹਾ ਹੋਵੇ, ਭਾਵੇਂ ਪਾਪ ਹੋ ਰਿਹਾ ਹੋਵੇ, ਭਾਵੇਂ ਪੁੰਨ ਹੋ ਰਿਹਾ ਹੋਵੇ। ਜ਼ੁਬਾਨ ਤੋਂ ਭਾਵੇਂ ਮਿੱਠੇ ਸ਼ਬਦ ਬੋਲ ਰਹੇ ਹੋ, ਭਾਵੇਂ ਕੌੜੇ ਬੋਲ ਰਹੇ ਹੋ, ਕਿਸੇ ਨੂੰ ਬੋਲ ਰਹੇ ਹੋ, ਪਰ ਪਹਿਲਾਂ ਤੁਹਾਡੇ ਹਿਰਦੇ ਤੱਕ ਪਹੁੰਚਣਗੇ ਤਾਂ ਤੁਸੀਂ ਜ਼ੁਬਾਨ ਰਾਹੀਂ ਕਿਸੇ ਨੂੰ ਕਹੋਗੇ। ਤੇ ਸਤਿਗੁਰੂ ਜੀ ਨੇ ਕਹਿ ਦਿੱਤਾ, ਕਿਉਂ ਨਾ ਜੇ ਜ਼ੁਬਾਨ ਤੋਂ ਬੋਲਣਾ ਹੀ ਹੈ ਤੇ ਗੁਰੂ ਨੂੰ ਸੁਣ ਕੇ ਬੋਲੀਏ। ਉਹ ਤੇ ਹਮੇਸ਼ਾ ਮਿੱਠਾ ਬੋਲਦਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਸੰਮਲ ਤਕੀਓ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਉਹ ਮਿੱਠ ਬੋਲਦਾ, ਮਿੱਠਾ ਬੋਲਦਾ ਹੈ। ਉਹ ਤਾਂ ਉਹਦੀਆਂ ਝੜਕਾਂ ਦੇ ਵਿੱਚ ਵੀ ਤੁਸੀਂ ਵੇਖੋ ਨਾ, ਜੇ ਗੁਰ ਝੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਉਹ ਝੜਕਦਾ ਵੀ ਹੈ ਨਾ ਤਾਂ ਵੀ ਮਿੱਠਾ ਲੱਗਦਾ, ਪਰ ਕੋਈ ਉਹਨੂੰ ਸੁਣੇ ਤਾਂ ਸਹੀ, ਕੋਈ ਯਤਨ ਤਾਂ ਕਰੇ ਸੁਣਨ ਦੀ, ਤਾਂਗ ਰੱਖੇ। ਅਸੀਂ ਸੁਣਦੇ ਹਾਂ, ਗੁਰਬਾਣੀ ਨੂੰ ਆ ਕੇ, ਗੁਰੂ ਘਰ ਆ ਕੇ, ਤਨ ਕਰਕੇ ਆ ਕੇ ਤਾਂ ਅਸੀਂ ਬੈਠ ਜਾਂਦੇ ਹਾਂ ਤੇ ਕੰਨਾਂ ਰਾਹੀਂ ਕਈ ਵਾਰੀ ਸੁਣਦੇ ਹਾਂ ਤੇ ਜ਼ੁਬਾਨ ਰਾਹੀਂ ਬੋਲਦੇ ਵੀ ਹਾਂ। ਪਰ ਯਾਦ ਰੱਖਣਾ ਸਤ ਸੰਗਤ ਜੀ, ਕੇਵਲ ਕੰਨਾਂ ਰਾਹੀਂ ਸੁਣ ਲੈਣਾ ਤੇ ਜ਼ੁਬਾਨ ਰਾਹੀਂ ਬੋਲ ਲੈਣ ਨਾਲ ਗੱਲ ਨਹੀਂ ਬਣੇਗੀ। ਜਿਹੜਾ ਸੁਣਿਆ ਹੈ ਉਹਨੂੰ ਅੰਦਰ ਤੱਕ ਵਸਾਈਏ, ਕੇਵਲ ਸੁਣ ਕੇ ਨਾ ਬੋਲੀਏ, ਸੁਣ ਕੇ ਸਮਝੀਏ। ਜਿਹੜਾ ਸੁਣਿਆ ਹੈ ਉਹਨੂੰ ਸਮਝ ਲਈਏ, ਤੇ ਜਿਹੜਾ ਸਮਝਿਆ ਹੈ ਉਹ ਸਮਝਣ ਨੂੰ ਫਿਰ ਸਾਧਨਾ ਵੱਲ ਲੈ ਕੇ ਜਾਈਏ, ਤਾਂ ਹੀ ਅੱਗੇ ਚੱਲ ਕੇ ਮੰਨੇ ਦੀ ਗੱਲ ਆਵੇਗੀ। ਪਹਿਲਾਂ ਕਹਿਣ ਤੋਂ ਗੱਲ ਸ਼ੁਰੂ ਹੁੰਦੀ ਆ, ਕਹਿਣ ਤੋਂ ਗੱਲ ਆਰੰਭ ਹੁੰਦੀ ਆ। ਪਹਿਲਾਂ ਕਹੀ ਗਈ ਹੈ, ਹੁਕਮ ਕੀਤਾ ਗਿਆ ਗੁਰੂ ਵੱਲੋਂ, ਤੇ ਉਸ ਤੋਂ ਬਾਅਦ ਫਿਰ ਸੁਣਨ ਦੀ ਗੱਲ ਆਰੰਭ ਹੁੰਦੀ ਹੈ, ਤੇ ਫਿਰ 4 ਪੌੜੀਆਂ ਨੇ ਮੰਨਣ ਦੀ ਗੱਲ ਆਰੰਭ ਹੁੰਦੀ ਹੈ। ਮੰਨਿਆ ਕਿਸ ਤਰ੍ਹਾਂ ਜਾਵੇ। ਤੇ ਇਸ ਕਰਕੇ ਸਤ ਸੰਗਤ ਜੀ, ਇਹੀ ਗੱਲ ਕਹੀ ਗਈ ਹੈ ਇਸ ਪਾਵਨ ਸ਼ਬਦ ਅੰਦਰ। ਹੁਣ ਸਤਿਗੁਰੂ ਜੀ ਸਾਨੂੰ ਦੱਸ ਰਹੇ ਨੇ ਨਾ, ਕਹਿੰਦੇ ਸੁਣਿਆ ਸਿੱਧ ਪੀਰ ਸਰਨਾਥ। ਕਹਿੰਦੇ ਜਿਹਨੇ ਸੁਣਿਆ ਹੈ ਨਾ, ਉਹਨੇ ਸਿੱਧਾਂ ਦੀ, ਪੀਰਾਂ ਦੀ, ਨਾਥਾਂ ਦੀ ਪਦਵੀ ਨੂੰ ਵੀ ਜਾਣ ਲਿਆ। ਹੁਣ ਇਹ ਨਹੀਂ, ਹੁਣ ਇਸ ਗੱਲ ਨੂੰ ਇਸ ਤਰ੍ਹਾਂ ਨਾ ਲੈ ਲਈਏ ਕਿ ਜਿਹੜੇ ਕੰਨਾਂ 'ਚ ਕਾਂਟੇ ਪਾ ਕੇ, ਵਿਭੂਤ ਮਲ ਕੇ ਤੇ ਪਹਾੜਾਂ 'ਤੇ ਜਾ ਕੇ ਬੈਠ ਗਏ ਨੇ, ਉਹਨਾਂ ਨੇ ਵੀ ਸੁਣਿਆ ਹੈ ਤੇ ਉਹ ਜਾ ਕੇ ਸਿੱਧ ਬਣ ਗਏ ਨੇ ਜਾਂ ਨਾਥ ਬਣ ਗਏ ਨੇ। ਨਹੀਂ, ਸੁਣਿਆ ਸਿੱਧ ਪੀਰ ਸਰਨਾਥ। ਸਮਝ ਪੈ ਗਈ ਕਿ ਪੀਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਨਾਥ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਜਿਹੜੇ ਜੋਗੀ ਬਣੇ ਹੋਏ ਨੇ ਉਹਨਾਂ ਨੇ ਤਾਂ ਘਰ-ਬਾਰ ਛੱਡ ਦਿੱਤਾ, ਧਰਮ ਦੀ ਅਸਲੀਅਤ ਤੋਂ ਦੂਰ ਹੋ ਕੇ ਤੇ ਕੇਵਲ ਤਾਂ ਕੇਵਲ ਆਪਣੇ ਆਪ ਦੇ ਲਈ ਉਹਨਾਂ ਨੇ ਜੀਵਨ ਬਤੀਤ ਕੀਤਾ, ਜ਼ਿੰਦਗੀ ਬਤੀਤ ਕੀਤੀ ਹੈ। ਉਹੋ ਜਿਹੇ ਜੋਗੀ ਨਹੀਂ ਬਣਨਾ। ਅਸਲ ਸਿੱਧ ਕੌਣ ਹੈ, ਅਸਲ ਪੀਰ ਕੌਣ ਹੈ, ਅਸਲ ਨਾਥ ਕੌਣ ਹੈ, ਉਹ ਗੁਰੂ ਵੱਲੋਂ ਸਾਨੂੰ ਪਤਾ ਲੱਗੇਗਾ। ਬਚਨ ਆਉਂਦੇ ਨੇ ਨਾ, ਦਾਸ ਨੇ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਦੁਨੀਆ ਦਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਨਾ ਮਿਲ ਸਕੇ। ਜੇ ਪੁੱਛ ਲਈਏ ਸਤਿਗੁਰੂ ਜੀ ਸੰਤ ਕਿਸ ਨੂੰ ਕਿਹਾ ਜਾਂਦਾ, ਤੇ ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਸਾਸ ਗਰਾਸ ਨਾ ਵੀਸਰਾ।
ਹਰਨਾਮਾ ਮਨਮੰਤ, ਧਨ ਸਿਸਈ ਨਾਨਕਾ ਪੂਰਨ ਸੋਈ ਸੰਤ। ਉਹ ਹੈ ਪੂਰਨ ਸੰਤ। ਜੇ ਪੁੱਛ ਲਈਏ ਬ੍ਰਹਮ ਗਿਆਨੀ ਕਿਸ ਨੂੰ ਕਿਹਾ ਜਾਂਦਾ, ਸੁਖਮਨੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੁਣਨਾ ਹੈ, ਸੁਣਿਆ ਸਿੱਧ ਪੀਰ ਸਰਨਾਥ, ਤਾਂ ਹੀ ਸਾਨੂੰ ਪਤਾ ਲੱਗ ਸਕਦਾ ਹੈ ਕਿ ਸੁਣਿਆ ਧਰਤ ਤਵਲ ਆਕਾਸ਼। ਉਹਨੂੰ ਸੁਣਨ ਨਾਲ ਹੀ ਸਾਨੂੰ ਪਤਾ ਲੱਗੇਗਾ ਕਿ ਸਾਰੀ ਸ੍ਰਿਸ਼ਟੀ ਜੋ ਹੈ, ਇਹ ਧਰਤੀ ਜੋ ਹੈ, ਆਕਾਸ਼ ਜੋ ਹੈ, ਇਹ ਵੀ ਪਰਮਾਤਮਾ ਵਾਹਿਗੁਰੂ ਦੇ ਸਹਾਰੇ ਦੇ ਨਾਲ ਚੱਲ ਰਹੇ ਨੇ। ਪੈ ਵਿੱਚ ਪਵਨ ਵਹੈ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆਓ, ਪੈ ਵਿੱਚ ਅਗਨ ਕਢੈ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ। ਕਹਿ ਦਿੱਤਾ ਗਿਆ ਨਾ, ਪੈ ਵਿੱਚ ਰਾਜਾ ਧਰਮ ਦੁਆਰ। ਸਾਰਾ ਕੁਛ ਹੀ ਉਹਦੇ ਭੈ ਦੇ ਵਿੱਚ ਹੈ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਉਹਦੇ ਭੈ ਦੇ ਵਿੱਚ ਹੈ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਛ ਹੋਵੇ, ਤਿਸ ਤੇ ਬਾਹਰ ਨਾ ਹੀ ਕੋਏ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਸਾਰਾ ਕੁਛ ਹੀ, ਸੂਰਜ ਵੀ, ਚੰਦ ਵੀ, ਤਾਰੇ, ਆਕਾਸ਼, ਸਾਰਾ ਬ੍ਰਹਮੰਡ ਉਹਦੇ ਹੱਥ ਦੇ ਵਿੱਚ ਹੈ। ਉਹਦੇ ਭੈ ਦੇ ਨਾਲ ਚੱਲ ਰਿਹਾ, ਉਹਦੇ ਸਹਾਰੇ ਦੇ ਨਾਲ ਚੱਲ ਰਿਹਾ। ਤੇ ਪਤਾ ਉਦੋਂ ਹੀ ਸਾਨੂੰ ਲੱਗੇਗਾ ਜਦ ਅਸੀਂ ਉਹਨੂੰ ਸੁਣਾਂਗੇ। ਹਾਲੇ ਤਾਂ ਕੇਵਲ ਆਪਣੇ ਆਪ ਉੱਤੇ ਅਭਿਮਾਨ ਹੈ, ਕਿਉਂਕਿ ਸੁਣਿਆ ਹੈ ਪਰ ਸਮਝਿਆ ਨਹੀਂ, ਤੇ ਸਮਝ ਕੇ ਮੰਨਿਆ ਨਹੀਂ। ਸੁਣ ਲਿਆ ਹੈ ਪਰ ਸਮਝਿਆ ਨਹੀਂ। ਰੋਜ਼ ਪੜ੍ਹ ਰਿਹਾ, ਜ਼ਿੰਦਗੀ ਬੀਤ ਗਈ ਹੈ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ, ਜ਼ਿੰਦਗੀ ਬੀਤ ਗਈ ਹੈ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ, ਹਾਲੇ ਵੀ ਦੁਨਿਆਵੀ ਮਣੀਆਂ ਦੇ ਪਿੱਛੇ ਲੱਗਾ ਹੈ। ਹਸਤਮਣੀ, ਪਾਰਸਮਣੀ, ਗੱਜਮਣੀ, ਸਰਫਮਣੀ, ਪਰ ਪਤਾ ਹੀ ਨਹੀਂ ਲੱਗਾ ਕਿ ਜਿਸ ਸੁਖਮਨੀ ਸਾਹਿਬ ਦਾ ਪਾਠ ਮੈਂ ਰੋਜ਼ ਕਰਦਾ ਹਾਂ, ਉਹ ਸਭ ਤੋਂ ਸ੍ਰੇਸ਼ਟ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ, ਭਗਤ ਜਨਾ ਕੈ ਮਨ ਬਿਸਰਾਮ। ਸੁਣਦਾ ਵੀ ਰਿਹਾ ਹਾਂ, ਪੜ੍ਹਦਾ ਵੀ ਰਿਹਾ, ਪਰ ਸਮਝਿਆ ਨਹੀਂ। ਅਖੰਡ ਪਾਠ ਸਾਹਿਬ ਦੀ ਲੜੀਆਂ ਲਾ ਦਿੱਤੀਆਂ। ਕਈ ਵਾਰੀ ਹੁੰਦਾ ਕਿ ਕਈ ਹਾਲਾਤਾਂ ਦੇ ਵਿੱਚ ਐਸੇ ਵੀ ਵੀਰ ਵੇਖੇ ਨੇ, ਫੋਨ ਕਰਕੇ ਕਹਿ ਦੇਣਗੇ ਕਿ ਭਾਈ ਸਾਹਿਬ ਜੀ ਸਾਡਾ ਅਖੰਡ ਪਾਠ ਸਾਹਿਬ ਰੱਖ ਦਿਓ, ਤੇ ਨਾਲ ਭੇਟਾ ਵੀ ਨਾਲ ਨਾਲ ਹੀ ਪਹੁੰਚ ਜਾਵੇਗੀ। ਆਪ ਬੈਠੇ ਨੇ ਘਰ ਦੇ ਵਿੱਚ, ਪਰ ਕਹਿ ਦੇਣਾ ਭਾਈ ਸਾਹਿਬ ਜੀ ਅਖੰਡ ਪਾਠ ਸਾਹਿਬ ਰਖਵਾ ਦਿਓ। ਆਪ ਪਾਰਟੀਆਂ ਦੇ ਵਿੱਚ ਬੈਠੇ ਨੇ, ਆਪ ਧੜਿਆਂ ਦੇ ਵਿੱਚ ਬੈਠੇ ਹੋਏ ਨੇ, ਆਪ ਘਰ ਦੇ ਵਿੱਚ ਟੀਵੀ ਚਲਾ ਕੇ ਤੇ ਉਹ ਐਂਟਰਟੇਨਮੈਂਟ ਦੇ ਪ੍ਰੋਗਰਾਮ ਦੇ ਵਿੱਚ ਰੁੱਝੇ ਹੋਏ ਨੇ। ਬਾਣੀ ਚੱਲ ਰਹੀ ਹੈ ਗੁਰਦੁਆਰੇ ਦੇ ਵਿੱਚ, ਆਪ ਸੁਣਨਾ ਟੀਵੀ ਨੂੰ, ਆਪ ਸੁਣਨਾ ਬੰਦਿਆਂ ਨੂੰ, ਤੇ ਗ੍ਰੰਥੀ ਸਿੰਘਾਂ ਨੂੰ, ਹੈਡ ਗ੍ਰੰਥੀ ਸਿੰਘਾਂ ਨੂੰ ਕਹਿ ਦੇਣਾ ਕਿ ਭਾਈ ਸਾਹਿਬ ਜੀ ਜਿਹੜਾ ਫਲ ਸਰੂਪ ਹੁਕਮਨਾਮਾ ਹੋਵੇਗਾ ਨਾ, ਉਹ ਸਾਨੂੰ ਘਰ ਦੇ ਵਿੱਚ ਨਾ ਉਹ ਵਟਸਐਪ ਕਰ ਦੇਣਾ। ਅਖੰਡ ਪਾਠ ਸਾਹਿਬ ਦੀਆਂ ਲੜੀਆਂ ਕਈ ਵੀਰ ਐਸੇ ਨੇ। ਜ਼ਿੰਦਗੀ ਬੀਤ ਗਈ ਹੈ, ਬਾਣੀ ਪੜ੍ਹ ਰਹੇ ਨੇ ਪਰ ਸਮਝਿਆ ਨਹੀਂ। ਯਾਦ ਰੱਖਣਾ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਇੱਕ ਸ਼ਬਦ, ਇੱਕ ਇੱਕ ਲਫ਼ਜ਼ ਆਪਣੇ ਆਪ ਵਿੱਚ ਇੱਕ ਵੱਡੀ ਫਿਲਾਸਫੀ ਹੈ। ਜਿਸ ਨੂੰ ਸਮਝ ਲਈਏ ਤਾਂ ਕਈ ਵਾਰੀ ਪੰਕਤੀ ਪੜ੍ਹ ਰਹੇ ਹਾਂ ਨਾ, ਹੁਣ ਪੌੜੀ ਪੜ੍ਹੀ ਜਾ ਰਹੀ ਹੈ, ਤੇ ਸ਼ਬਦ ਨੂੰ ਪੜ੍ਹਦਿਆਂ ਹੋਇਆਂ ਵੀ ਅਸੀਂ ਪੜ੍ਹ ਦਿਆਂਗੇ ਸੁਣਿਆ, ਪਰ ਲਫ਼ਜ਼ ਹੈ ਸੁਣਿਆ। ਕਈ ਵਾਰੀ ਪੜ੍ਹ ਦਿੰਦੇ ਹੁੰਦੇ ਆ ਸੁਣੀਏ, ਇਹ ਸੁਣੀਏ ਵੀ ਨਹੀਂ ਹੈ, ਸੁਣਿਆ। ਸੁਣਨਾ ਹੈ, ਗੁਰੂ ਨੂੰ ਸੁਣਨਾ। ਕਈ ਲਫ਼ਜ਼ ਐਸੇ ਨੇ ਜੋ ਲਗਾ ਮਾਤਰਾਵਾਂ ਨੇ ਨਾ, ਸਾਨੂੰ ਦਿੱਤੀਆਂ ਗਈਆਂ ਨੇ, ਇਸ ਗੱਲ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਵੀ
ਹੁਣ ਇੱਕ ਪਾਸੇ ਪੰਕਤੀ ਆਉਂਦੀ ਹੈ, ਲਖ ਆਕਾਸ਼ ਆਕਾਸ਼, ਲਖ ਪਾਤਾਲਾ ਪਾਤਾਲ। ਹੁਣ ਲੱਖ ਹੈ, ਜਿੱਥੇ ਲੱਲਾ ਤੇ ਖੱਖਾ ਮੁਕਤਾ ਹੋਵੇਗਾ ਉਹ ਭਾਵ ਗਿਣਤੀ ਦਾ ਲੱਖ ਹੋ ਗਿਆ। ਜਿੱਥੇ ਲੱਲਾ ਤੇ ਖੱਖਾ ਮੁਕਤਾ ਹੋਵੇਗਾ ਉਹ ਅਣਗਿਣਤ ਲੱਖ ਹੋ ਗਏ। ਵਾਹਿਗੁਰੂ ਜੀ ਇਸ ਗੱਲ ਨੂੰ ਸਮਝ ਲੈਣਾ, ਲੱਲਾ ਤੇ ਖੱਖਾ ਮੁਕਤਾ ਹੈ, ਅਣਗਿਣਤ ਲੱਖ ਹੋ ਗਏ। ਜਿੱਥੇ ਲੱਲਾ ਤੇ ਖੱਖੇ ਥੱਲੇ ਔਂਕੜ ਆ ਗਈ ਉਹ ਗਿਣਤੀ ਦਾ 1 ਲੱਖ ਹੋ ਗਿਆ। ਜਿੱਥੇ ਹੁਣ ਜਿਸ ਤਰ੍ਹਾਂ ਪਿੱਛੇ ਵੀ ਦਾਸ ਦੀ ਕਥਾ ਦੀ ਸੇਵਾ ਲੱਗੀ ਤੇ ਉਦੋਂ ਪੰਕਤੀ ਆਈ ਸੀ ਸੁਖਮਨੀ ਸਾਹਿਬ ਦੇ ਵਿੱਚ, ਪ੍ਰਸਾਦ ਲਫ਼ਜ਼ ਜਿੱਥੇ ਆ ਜਾਂਦਾ, ਜਿੱਥੇ ਪ੍ਰਸਾਦ ਲਫ਼ਜ਼ ਆ ਗਿਆ, ਦੱਦੇ ਥੱਲੇ ਔਂਕੜ, ਕਿਰਪਾ ਕਰੋ। ਪ੍ਰਸਾਦ ਦਾ ਭਾਵ ਕਿਰਪਾ, ਪਰ ਜਿੱਥੇ ਕਿਰਪਾ ਹੈ ਨਾ ਉੱਥੇ ਕਿਰਪਾ ਕਰੋ, ਦੱਦੇ ਥੱਲੇ ਔਂਕੜ। ਪਰ ਜਿੱਥੇ ਦੱਦੇ ਨੂੰ ਸਿਹਾਰੀ ਹੈ ਉਹ ਹੈ ਕਿਰਪਾ ਹੋ ਰਹੀ ਹੈ, ਜੈ ਪ੍ਰਸਾਦ। ਹਰ ਇੱਕ ਲਫ਼ਜ਼, ਹਰ ਇੱਕ ਲਗਾ ਮਾਤਰਾ ਜੋ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਤੋਂ ਵੱਡੀ ਫਿਲਾਸਫੀ ਹੈ। ਜੇ ਜਿੱਥੇ ਰਹਾਉ ਵੀ ਦਿੱਤਾ ਗਿਆ ਹੈ ਨਾ, ਰਹਾਉ ਦਾ ਭਾਵ ਠਹਿਰਨਾ ਹੈ, ਤੇ ਉਹਦਾ ਵੀ ਕੋਈ ਭਾਵ ਹੈ। ਜਿਸ ਤਰ੍ਹਾਂ ਹੁਣੇ ਦਾਸ ਨੇ ਪੰਕਤੀ ਪੜ੍ਹੀ, ਦੀਨ ਦਇਆਲ ਦਇਆ ਨਿਧ। ਕਈ ਵਾਰੀ ਇਹਨੂੰ ਸਿੱਧਾ ਪੰਕਤੀ ਪੜ੍ਹ ਦਿੰਦੇ ਨੇ ਕਈ ਵੀਰ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ। ਹੁਣ ਦੀਨ ਦਇਆਲ ਦਇਆ ਨਿਧ ਦੋਖਨ ਦਾ ਭਾਵ ਹੋ ਗਿਆ ਕਿ ਇੱਕ ਪਾਸੇ ਦਇਆਲੂ ਵੀ ਕਹਿ ਦਿੱਤਾ ਤੇ ਦੂਜੇ ਪਾਸੇ ਨਿਧ ਦੋਖਨ ਕਹਿ ਕੇ ਉਹਨੂੰ ਦੋਖੀ ਵੀ ਕਹਿ ਦਿੱਤਾ। ਨਹੀਂ, ਇੱਥੇ ਰੁਕਣਾ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰਦੇਤ ਨਾ ਹਾਰੇ। ਉਹ ਦਇਆਲੂ ਹੈ, ਨਿਤ ਸਾਡੇ ਉੱਤੇ ਬਖਸ਼ਿਸ਼ਾਂ ਕਰਦਾ ਹੈ, ਰਹਿਮਤਾਂ ਕਰਦਾ ਹੈ। ਦੋਖਨ ਦੇਖਤ ਹੈ ਪਰਦੇਤ ਨਾ ਹਾਰੇ, ਸਾਡੇ ਵਰਗੇ ਦੋਖੀਆਂ ਨੂੰ ਵੇਖਦਾ ਹੈ। ਪਰ ਫਿਰ ਵੀ ਉਹ ਇਹ ਨਹੀਂ ਕਹਿੰਦਾ ਕਿ ਤੂੰ ਮੇਰੇ ਗੁਰਦੁਆਰੇ ਨਹੀਂ ਆਉਂਦਾ, ਤੂੰ ਮੇਰਾ ਨਾਮ ਨਹੀਂ ਜਪਦਾ, ਮੈਂ ਤੇਰੇ ਕੋਲੋਂ ਸਭ ਕੁਝ ਖੋਹ ਲਿਆ। ਗੁਰੂ ਬਖਸ਼ਿਸ਼ਾਂ ਕਰਦਾ ਹੈ, ਰਹਿਮਤਾਂ ਕਰਦਾ ਹੈ, ਪਰ ਗੱਲ ਤਾਂ ਇਹ ਹੈ ਕਿ ਉਹਨੂੰ ਸੁਣੀਏ। ਜਦ ਸੁਣਾਂਗੇ ਤਾਂ ਹੀ ਸਾਨੂੰ ਸਮਝ ਪਵੇਗੀ ਕਿ ਸਾਰਾ ਕੁਝ ਹੀ ਉਹਦੇ ਵੱਸ ਦੇ ਵਿੱਚ ਹੈ, ਸਾਰਾ ਕੁਝ ਹੀ ਉਹਦੇ ਹੁਕਮ ਅਨੁਸਾਰ ਚੱਲ ਰਿਹਾ। ਘਰ ਦੇ ਵਿੱਚ ਅਸੀਂ ਗਾਰਡਨ ਬਣਾਉਂਦੇ ਹਾਂ, ਗੱਲ ਫੇਰ ਯਾਦ ਆ ਗਈ ਕਿ ਘਰ ਦੇ ਵਿੱਚ ਗਾਰਡਨ ਬਣਾਇਆ ਅਸੀਂ ਤੇ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਕਿ ਜੀ ਉਸ ਫੁੱਲਾਂ ਦੀ ਪੱਤਿਆਂ ਦੀ ਸੰਭਾਲ ਕਰਨੀ ਆ। ਮਾਲੀ ਰੱਖਿਆ ਹੁੰਦਾ ਹਫ਼ਤੇ ਦੇ ਵਿੱਚ 2-2 ਵਾਰੀ 3-3 ਵਾਰੀ ਚੱਕਰ ਲਾ ਕੇ ਜਾਂਦਾ, ਬੂਟਿਆਂ ਦੀ ਸੰਭਾਲ ਕਰਕੇ ਜਾਂਦਾ। ਪਰ ਪੇੜ ਪੌਦੇ ਜੋ ਨੇ ਉਹ ਪਹਾੜਾਂ 'ਤੇ ਵੀ ਨੇ, ਉਹ ਜੰਗਲਾਂ ਦੇ ਵਿੱਚ ਵੀ ਨੇ, ਉਹ ਕਿਸ ਤਰ੍ਹਾਂ ਹਰੇ ਭਰੇ ਨੇ। ਗੱਲ ਦੀ ਸਮਝ ਤਾਂ ਪਵੇਗੀ ਜਦ ਗੁਰੂ ਨੂੰ ਸੁਣ ਲਵਾਂਗੇ, ਸਾਨੂੰ ਤਾਂ ਹੀ ਸਮਝ ਪੈ ਸਕਦੀ ਹੈ। ਉਹ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ। ਸੀਚਨ ਹਾਰਾ ਇੱਕ ਹੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਪੱਤੇ ਪੱਤੇ ਦੀ ਰੱਖਿਆ, ਡਾਲੀ ਡਾਲੀ ਦੀ ਰੱਖਿਆ ਉਹ ਕਰ ਰਿਹਾ। ਹਰ ਇੱਕ ਦੀ ਪ੍ਰਤਪਾਲਨਾ ਕਰ ਰਿਹਾ, ਤੇ ਤੇਰੀ ਰੱਖਿਆ ਕਿਉਂ ਨਹੀਂ ਕਰੇਗਾ? ਤੂੰ ਤਾਂ ਵੇਲੇ ਦੇ ਨਾਲ ਉਹਦਾ ਨਾਮ ਜਪ, ਉਹਦੀ ਬੰਦਗੀ ਕਰ। ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਹੁਕਮ ਕਰ ਰਿਹਾ ਹੈ, ਉਹਨੂੰ ਸੁਣ। ਮੈਂ ਇੱਕ ਬੇਨਤੀ ਕਰਦੇ ਹਾਂ ਸਤ ਸੰਗਤ ਜੀ, ਯਾਦ ਰੱਖਣਾ, you didn't get those things what you want, but you will get those things what you are. ਤੁਸੀਂ ਉਹੀ ਕੁਝ ਚੀਜ਼ਾਂ ਪ੍ਰਾਪਤ ਕਰੋਗੇ ਜੋ ਤੁਸੀਂ ਅੱਜ ਹੋ, ਉਸੇ ਅਨੁਸਾਰ ਤੁਹਾਨੂੰ ਉਹ ਬਖਸ਼ਿਸ਼ਾਂ ਵੀ ਮਿਲਣਗੀਆਂ। ਇਹ 3 ਚੀਜ਼ਾਂ ਨੇ। ਇਫ ਯੂ ਵਾਂਟ ਟੂ ਬਿਕਮ ਅ ਸਕਸੈਸਫੁਲ ਮੈਨ ਇਨ ਦਿਸ ਵਰਲਡ, ਆਪਣੇ ਆਪ ਨੂੰ ਸਕਸੈਸ ਕਰਨਾ ਚਾਹੁੰਦੇ, ਸਕਸੀਡ ਕਰਨਾ ਚਾਹੁੰਦੇ ਹੋ, ਤੇ ਇਹਨਾਂ 3 ਚੀਜ਼ਾਂ ਨੂੰ ਯਾਦ ਰੱਖਣਾ ਕਿ ਪਹਿਲੀ ਤੇ ਗੱਲ, ਪਰਮਾਤਮਾ ਨੇ ਜੇ ਬਖਸ਼ਿਸ਼ਾਂ ਕਰਨੀਆਂ ਨੇ, ਰਹਿਮਤਾਂ ਕਰਨੀਆਂ ਨੇ, ਤੇ ਫਿਰ ਤੁਹਾਡੀ ਜ਼ਿੰਦਗੀ ਨੂੰ ਵੇਖਦਿਆਂ ਹੋਇਆਂ, ਤੁਹਾਡੇ ਜੀਵਨ ਨੂੰ ਵੇਖਦਿਆਂ ਹੋਇਆਂ
ਉਸ ਅਨੁਸਾਰ ਤੁਹਾਡੇ ਉੱਤੇ ਰਹਿਮਤਾਂ ਹੋਣਗੀਆਂ, ਬਖਸ਼ਿਸ਼ਾਂ ਹੋਣਗੀਆਂ, ਕਿਉਂਕਿ ਸਾਰਿਆਂ ਦੀ ਪ੍ਰਤਪਾਲਨਾ, ਸਾਰਿਆਂ ਨੂੰ ਦੇ ਉਹ ਰਿਹਾ। ਨੀਤਨਵਾਂ ਸਾਹਿਬ ਮੇਰਾ ਨੀਤਨਵਾਂ ਸਦਾ ਸਦਾ ਦਾਤਾਰ। ਗੁਰੂ ਦੇਣ ਵਾਲਾ ਹੈ, ਪਰ ਗੁਰੂ ਉਹੀ ਦੇਵੇਗਾ, ਪਰਮਾਤਮਾ ਉਹ ਦੇਵੇਗਾ ਜੋ ਤੁਹਾਡੇ ਲਈ ਚੰਗਾ ਹੈ। ਜਿਸ ਤਰ੍ਹਾਂ ਮਾਤਾ ਪਿਤਾ ਨੇ, ਕਈ ਵਾਰੀ ਬੱਚੇ ਵੀ ਨੇ ਨਾ, ਅਸੀਂ ਵੀ ਬੱਚਿਆਂ ਵਾਂਗ ਹੀ ਕਰਦੇ ਹਾਂ। ਹੁਣ ਬੱਚਿਆਂ ਨੂੰ ਤੁਸੀਂ ਵੇਖੋ ਨਾ, ਜੇ ਬੱਚਿਆਂ ਨੂੰ ਕਹਿ ਦਿੱਤਾ ਜਾਵੇ ਕਿ ਮਾੜੀ ਥਾਂ ਤੇ ਨਹੀਂ ਜਾਣਾ, ਤੇ ਜਿਹੜਾ ਜ਼ਿੱਦੀ ਬੱਚਾ ਹੁੰਦਾ ਹੈ ਮਾਂ ਬਾਪ ਨੂੰ ਕਹਿ ਦਿੰਦਾ ਕਿ ਮੈਂ ਉਸ ਪਾਸੇ ਕਿਉਂ ਨਹੀਂ ਜਾ ਸਕਦਾ, ਮੈਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਮਾਂ ਬਾਪ ਨੂੰ ਪਤਾ ਹੈ ਮੇਰੇ ਬੱਚੇ ਲਈ ਕੀ ਚੰਗਾ ਹੈ, ਕੀ ਮਾੜਾ ਹੈ। ਬੱਚੇ ਨੂੰ ਮਾਂ ਬਾਪ ਉਹੀ ਚੀਜ਼ਾਂ ਪ੍ਰੋਵਾਈਡ ਕਰਵਾਉਣਗੇ ਜੋ ਉਹਦੇ ਲਈ ਚੰਗੀਆਂ ਨੇ, ਜੋ ਉਹਦੇ ਭਲੇ ਲਈ ਨੇ। ਇਹ ਅਲੱਗ ਬਾਤ ਹੈ ਕਿ ਅੱਗੇ ਚੱਲ ਕੇ ਬੱਚੇ ਇਸ ਗੱਲ ਨੂੰ ਅੱਗੇ ਚੱਲ ਕੇ ਸਮਝਦੇ ਨੇ। ਜਦ ਅਣਮਤ ਹੁੰਦੀ, ਅਣਜਾਣਮਤ ਹੁੰਦੀ ਹੈ, ਉਦੋਂ ਤੱਕ ਨਹੀਂ ਸਮਝ ਪਾਉਂਦੇ। ਬਿਲਕੁਲ ਇਸੇ ਤਰ੍ਹਾਂ ਕਈ ਵਾਰੀ ਅਸੀਂ ਅਫਸੋਸ ਕਰਕੇ ਬੈਠ ਜਾਂਦੇ ਹਾਂ ਕਿ ਮੈਨੂੰ ਉਹ ਕੁਝ ਕਿਉਂ ਨਹੀਂ ਮਿਲ ਰਿਹਾ ਜੋ ਕੁਝ ਮੈਂ ਚਾਹੁੰਦਾ ਹਾਂ। ਭਲਿਆ ਕਦੀ ਸੋਚ ਵਿਚਾਰ ਕੇ ਵੇਖ, ਕੀ ਪਤਾ ਜੋ ਕੁਝ ਤੂੰ ਚਾਹੁੰਦਾ ਹੈ ਪਰਮਾਤਮਾ ਨੇ ਤੇਰੇ ਲਈ ਕੁਝ ਵੱਡੀ ਚੀਜ਼ ਰੱਖੀ ਹੋਵੇ, ਪਰਮਾਤਮਾ ਨੇ ਤੇਰੇ ਲਈ ਕੋਈ ਵੱਡੀ ਬਖਸ਼ਿਸ਼ ਰੱਖੀ ਹੋਵੇ, ਤੇ ਤੂੰ ਕੇਵਲ ਤਾਂ ਕੇਵਲ ਉਤਨੇ ਇੱਕ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਣਾ ਚਾਹੁੰਦਾ। ਗੁਰੂ ਤੇ ਬਖਸ਼ਿਸ਼ਾਂ ਦੇਣ ਵਾਲਾ ਏ। ਐਸਾ ਹੋਇਆ ਨਾ, ਗੰਗੂ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਹੋਇਆ ਏ। ਯਾਦ ਆ ਗਈ ਇਤਿਹਾਸਕ ਘਟਨਾ, ਗੱਲ ਕਰਦਾ ਚਲਾਂ। ਬਖਸ਼ਿਸ਼ਾਂ ਦਿੰਦੇ ਨੇ ਪਰਮਾਤਮਾ, ਪਰ ਅਸੀਂ ਉਹਨੂੰ ਨਹੀਂ ਮੰਨਦੇ ਹਾਂ। ਹੋਇਆ ਐਸਾ ਹੀ ਕਿ ਗਰੀਬੜਾ ਜਿਹਾ ਸਿੱਖ ਸੀ ਇਹ ਗੰਗੂ। ਸਾਰੀ ਦਿਹਾੜੀ ਮਿਹਨਤ ਕਰਨੀ, ਮੁਸ਼ੱਕਤ ਕਰਨੀ, ਉਸ ਤੋਂ ਬਾਅਦ ਵੀ ਆਪਣੇ ਘਰ ਪਰਿਵਾਰ ਨੂੰ 2 ਵਕਤ ਦੀ ਰੋਟੀ ਨਹੀਂ ਸੀ ਦੇ ਪਾਉਂਦਾ। ਪਰ ਹੋਇਆ ਕਿ ਤੁਰਿਆ ਜਾ ਰਿਹਾ ਸੀ ਚਿੰਤਾ ਫਿਕਰਾਂ ਦੇ ਵਿੱਚ। ਤੇ ਜਦ ਬਹੁਤੀ ਟੈਨਸ਼ਨ ਹੋਵੇ ਨਾ, ਚਿੰਤਾ ਫਿਕਰਾਂ ਹੋਣ, ਤੇ ਉਦੋਂ ਹੁੰਦਾ ਕੀ ਹੈ ਕਿ ਸਾਹਮਣੇ ਵੀ ਜੋ ਕੁਝ ਵਾਪਰ ਰਿਹਾ ਹੁੰਦਾ ਨਾ, ਉਹ ਵੀ ਸਾਨੂੰ ਪੂਰਾ ਅਸੀਂ ਵਿਚਾਰ ਨਹੀਂ ਪਾਉਂਦੇ ਹਾਂ। ਜਦ ਟੈਨਸ਼ਨਾਂ ਦੇ ਵਿੱਚ ਤੁਰਦਾ ਹੋਇਆ ਜਾ ਰਿਹਾ ਸੀ, ਵੇਖਦਾ ਕੀ ਹੈ ਕਿ ਸਾਹਮਣੇ ਹਲਵਾਈ ਦੀ ਦੁਕਾਨ ਸੀ, ਤੇ ਉਹਦੇ ਸਾਹਮਣੇ ਨਾ ਕਿਸੇ ਨੇ ਕੋਈ ਮਿਠਾਈ ਖਾ ਕੇ ਤੇ ਜੂਠ ਸੁੱਟਿਆ ਹੈ ਉਹਦੇ ਉਸ ਡੋਨੇ ਦੇ ਵਿੱਚ। ਤੇ ਉਸ ਡੋਨੇ ਨੂੰ, ਉਸ ਜੂਠ ਨੂੰ ਲੈਣ ਦੇ ਲਈ 2 ਬੱਚੇ ਆਪਸ ਦੇ ਵਿੱਚ ਲੜ ਰਹੇ ਸਨ। ਹੁਣ ਇਹ ਆਪਣੀ ਚਿੰਤਾ ਫਿਕਰਾਂ ਦੇ ਵਿੱਚ ਸੀ। ਜਦ ਸਾਹਮਣੇ ਵੇਖਿਆ ਤੇ ਹੱਸਣ ਲੱਗਾ। ਇਹ ਕਮਾਲ ਦੀ ਗੱਲ ਹੈ, ਕਿਸੇ ਨੇ ਜੂਠ ਸੁੱਟਿਆ, ਉਸ ਜੂਠ ਨੂੰ ਲੈਣ ਦੇ ਲਈ ਇਹ 2 ਬੱਚੇ ਲੜ ਰਹੇ ਨੇ। ਹੁਣ ਜਦ ਅੱਗੇ ਵਧਿਆ ਨਾ, ਹੋਇਆ ਕਿ ਜਿਸ ਬੱਚੇ ਦੀ ਪਿੱਠ ਇਸ ਗੰਗੂ ਦੇ ਵੱਲ ਸੀ ਨਾ, ਪਾਟੇ ਕੱਪੜੇ ਸਨ, ਲੜ ਰਿਹਾ ਸੀ ਜੂਠ ਨੂੰ ਲੈਣ ਦੇ ਲਈ, ਉਹ ਇਹਦਾ ਹੀ ਬੱਚਾ ਸੀ, ਉਹ ਇਹਦਾ ਹੀ ਪੁੱਤਰ ਸੀ। ਜਦ ਵੇਖਿਆ ਤੇ ਅੰਦਰ ਤੱਕ ਹਲ ਗਿਆ। ਉਦੋਂ ਹੀ ਜਾ ਕੇ ਛਾਲ ਮਾਰ ਕੇ ਸੁਸਾਈਡ ਕਰਨ ਲੱਗਾ, ਆਪਣੇ ਆਪ ਨੂੰ ਖਤਮ ਕਰਨ ਲੱਗਾ। ਗੁਰੂ ਘਰ ਵੱਲੋਂ ਕੋਈ ਸਿੱਖ ਉੱਥੋਂ ਲੰਘ ਰਿਹਾ ਸੀ, ਬਾਹੋਂ ਫੜ ਲਿਆ ਉਹਨੇ, ਤੇ ਕਹਿਣ ਲੱਗਾ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣ ਦਿਓ, ਮੇਰੇ ਜੀਣ ਦਾ ਕੀ ਲਾਭ। ਜੇ ਕਿਤੇ ਮੈਂ ਆਪਣੇ ਬੱਚਿਆਂ ਨੂੰ ਪੂਰੀ ਰੋਟੀ ਤੱਕ ਨਹੀਂ ਦੇ ਸਕਦਾ। ਤੇ ਉਦੋਂ ਗੁਰੂ ਕੇ ਸਿੱਖ ਨੇ ਕਹਿ ਦਿੱਤਾ ਸੀ, ਲੱਗਦਾ ਹੈ ਭਰਾਵਾ ਤੂੰ ਉਸ ਗੁਰੂ ਘਰ ਬਾਰੇ ਨਹੀਂ ਸੁਣਿਆ ਜਿੱਥੇ ਕਿਹਾ ਜਾਂਦਾ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸਾ ਪਾਵੇ। ਉਸ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ। ਉਸ ਗੁਰੂ ਕੋਲ ਚੱਲ, ਤੈਨੂੰ ਮੈਂ ਲੈ ਕੇ ਚੱਲਦਾ, ਜਿੱਥੇ ਬਖਸ਼ਿਸ਼ਾਂ ਨੇ, ਰਹਿਮਤਾਂ ਨੇ, ਨਜ਼ਰੇ ਇਨਾਇਤ ਹੈ। ਜਦ ਲੈ ਕੇ ਗਏ ਗੰਗੂ ਨੂੰ, ਚਰਨਾਂ ਤੇ ਡਿੱਗਾ। ਹਰ ਅੰਤਰ ਜਾਮੀ ਸਭ ਵਿੱਚ ਜਾਣਾ ਤਾਂ ਕਿਸ ਪੈ ਆਖ ਸੁਣਾਈਆ। ਚਰਨਾਂ ਤੇ ਡਿੱਗਣ ਦੀ ਦੇਰ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ, ਗੰਗੂ ਮੰਗ ਕੀ ਮੰਗਣਾ ਚਾਹੁੰਦਾ। ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਗਰੀਬੀ ਬੜੀ ਆ, ਸਾਰੀ ਦਿਹਾੜੀ ਮਿਹਨਤ ਕਰਦਾ, ਪਰ ਫੇਰ ਵੀ ਆਪਣੇ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ 3 ਵਕਤ ਦੀ ਰੋਟੀ ਨਹੀਂ ਦੇ ਸਕਦਾ।
ਪਾਤਸ਼ਾਹ ਜੀ ਨੇ ਕਹਿ ਦਿੱਤਾ ਤੇਰੀ ਮਦਦ ਤੇ ਹੋ ਜਾਵੇਗੀ ਗੁਰੂ ਨਾਨਕ ਦੇ ਦਰਬਾਰ ਵੱਲੋਂ, ਪਰ ਯਾਦ ਰੱਖੀ ਗੁਰੂ ਨਾਨਕ ਦਾ ਖਾਤਾ ਜ਼ਰੂਰ ਰੱਖਣਾ ਹੈ, ਦਸਵੰਧ ਜ਼ਰੂਰ ਰੱਖਣੀ ਹੈ, ਦਸਵੰਧ ਦੀ ਭੇਟਾ। ਕੋਈ ਵੀ ਲੋੜਵੰਦ ਆਵੇ ਉਹਦੀ ਮਦਦ ਜ਼ਰੂਰ ਕਰਨੀ ਹੈ। ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜੀ ਮੈਂ ਭਿਖਾਰੀ, ਤੁਸੀਂ ਸਮਰੱਥ ਹੋ, ਤੁਸੀਂ ਮੈਨੂੰ ਇੰਨਾ ਕੁਝ ਗੁਰੂ ਨਾਨਕ ਦੇ ਦਰਬਾਰ ਤੋਂ ਦਿਓਗੇ ਤੇ ਮੈਂ ਕਿਉਂ ਨਹੀਂ ਗੁਰੂ ਨਾਨਕ ਦਾ ਖਾਤਾ ਰੱਖਾਂਗਾ, ਮੈਂ ਜ਼ਰੂਰ ਰੱਖਾਂਗਾ। ਔਰ ਉਹੀ ਗੱਲ ਬਣੀ, ਕੁਝ ਪੈਸੇ ਦੀ ਮਦਦ ਹੋ ਗਈ। ਉਹਨਾਂ ਕੁਝ ਪੈਸਿਆਂ ਦੇ ਨਾਲ ਇਸ ਗੰਗੂ ਨੇ ਫਿਰ ਫਲਾਂ ਦੀ ਰੇਹੜੀ ਲਾ ਲਈ। ਉਹ ਰੇਹੜੀ, ਉਹ ਕਾਰੋਬਾਰ ਫਲਾਂ ਫਰੂਟਾਂ ਦਾ ਇੰਨਾ ਚੱਲਿਆ, ਕਰਤਾ ਪ੍ਰਗਟਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ, ਤੋਟ ਨਾ ਕਤਹੂੰ ਆਵੈ ਮੇਰੇ ਪੂਰਾ ਸਤਿਗੁਰ ਭਾਵੈ। ਉਹ ਬਖਸ਼ਿਸ਼ਾਂ ਹੋ ਗਈਆਂ ਸਨ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਤਰਕਿਆ ਹੱਥ ਜੀਓ। ਉਹ ਗੰਗੂ ਕਹਿੰਦੇ ਰੇਹੜੀ ਲਾ ਲਾ ਕੇ ਇੱਕ ਦੁਕਾਨ ਉਹਨੇ ਖਰੀਦ ਲਈ, ਇੱਕ ਦੁਕਾਨ, 2 ਕਿ 3 ਦੁਕਾਨਾਂ ਹੋ ਗਈਆਂ। ਉਹੀ ਗਰੀਬੜਾ ਜਿਹਾ ਗੰਗੂ ਅੱਜ ਗੰਗੂ ਸ਼ਾਹੂਕਾਰ ਬਣ ਗਿਆ। ਪਰ ਇੱਕ ਗੱਲ ਇਹਨੇ ਜ਼ਰੂਰ ਰੱਖੀ, ਗੁਰੂ ਨਾਨਕ ਦਾ ਖਾਤਾ ਰੱਖਿਆ ਸੀ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਸੀ ਜੋ ਕੁਝ ਹੁਕਮ ਕੀਤਾ ਸੀ ਉਹ ਕੁਝ ਮੰਨਣਾ ਹੈ। ਉਸ ਜੋ ਹੁਕਮ ਕੀਤਾ ਉਹਨੂੰ ਸੁਣਨਾ ਹੈ ਤੇ ਸੁਣ ਕੇ ਮੰਨਣਾ ਹੈ, ਤਾਂ ਹੀ ਜੀਵਨ ਦਾ ਪਾਰ ਉਤਾਰਾ ਹੋ ਸਕਦਾ। ਇਹਨੇ ਸੁਣਿਆ ਤੇ ਗੁਰੂ ਨਾਨਕ ਦਾ ਖਾਤਾ ਜ਼ਰੂਰ ਰੱਖਿਆ, ਪਰ ਗੁਰੂ ਨਾਨਕ ਵੱਲੋਂ ਵੀ, ਗੁਰੂ ਨਾਨਕ ਦੇ ਦਰਬਾਰ ਵੱਲੋਂ ਵੀ ਪਰਖ ਹੋ ਗਈ। ਹੋਇਆ ਕਿ ਇੱਕ ਗਰੀਬੜਾ ਜਿਹਾ ਸਿੱਖ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਆ ਗਿਆ, ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜੀ ਮੇਰੀ ਬੱਚੀ ਦਾ ਆਨੰਦ ਕਾਰਜ ਹੋਣਾ ਹੈ, ਜੇ ਗੁਰੂ ਨਾਨਕ ਦੇ ਦਰਬਾਰ ਤੋਂ ਮਦਦ ਹੋ ਜਾਵੇ ਤੇ ਮੇਰੀ ਬੱਚੀ ਦਾ ਕਾਰਜ ਹੋ ਜਾਵੇਗਾ। ਸਤਿਗੁਰੂ ਜੀ ਨੇ ਕਹਿ ਦਿੱਤਾ ਫਲਾਣੀ ਜਗ੍ਹਾ ਤੇ ਗੰਗੂ ਸ਼ਾਹੂਕਾਰ ਰਹਿੰਦਾ ਹੈ, ਇਹਦੀ ਹਵੇਲੀ ਆ, ਉੱਥੇ ਚਲਾ ਜਾ, ਗੁਰੂ ਨਾਨਕ ਦੇ ਖਾਤੇ ਵਿੱਚੋਂ ਇੰਨਾ ਕੁਝ ਤੈਨੂੰ ਮਿਲ ਜਾਵੇਗਾ ਕਿ ਤੇਰੀ ਬੱਚੀ ਦਾ ਕਾਰਜ ਆਰਾਮ ਨਾਲ ਹੋ ਜਾਵੇਗਾ। ਹੁਣ ਇਹ ਚਲਾ ਗਿਆ ਗਰੀਬੜਾ ਜਿਹਾ ਸਿੱਖ। ਜਦ ਚਲਾ ਗਿਆ, ਬਾਹਰ ਦਰਬਾਨ ਖੜਾ ਹੋਇਆ ਸੀ, ਵੱਡਾ ਸਾਰਾ ਮਹਿਲ ਸੀ, ਉੱਥੇ ਹੀ ਰੋਕ ਦਿੱਤਾ ਗਿਆ, ਜਾਣ ਨਹੀਂ ਦਿੱਤਾ ਗਿਆ। ਸਵਾਲ ਕੀਤਾ ਕੌਣ ਹੋ? ਕਹਿਣ ਲੱਗੇ ਗੁਰੂ ਨਾਨਕ ਦੇ ਦਰਬਾਰ ਤੋਂ ਆਏ ਆ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭੇਜਿਆ ਹੈ ਸ਼ਾਹ ਜੀ ਨੂੰ ਮਿਲਣਾ। ਕਹਿਣ ਲੱਗੇ ਇੱਥੇ ਖੜੇ ਰਹੋ, ਅੰਦਰ ਪੁੱਛ ਕੇ ਆਂਦਾ। ਜਦ ਗਿਆ ਅੰਦਰ ਦਰਬਾਨ ਤੇ ਕਹਿਣ ਲੱਗਾ ਸ਼ਾਹ ਜੀ ਲੱਗਦਾ ਹੈ ਗਰੀਬੜਾ ਜਿਹਾ ਹੈ, ਕੋਈ ਲੋੜਵੰਦ ਜਾਪਦਾ ਹੈ। ਕਹਿ ਰਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭੇਜਿਆ। ਤੇ ਉਦੋਂ ਫਿਰ ਹੰਕਾਰ ਬੋਲ ਪਿਆ ਸੀ। ਉਦੋਂ ਫਿਰ ਗੰਗੂ ਦੇ ਵਿੱਚ ਇਹ ਗੱਲ ਆ ਗਈ ਸੀ, 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਪਰ ਇਹਨੂੰ ਇਹ ਨਹੀਂ ਸੀ ਪਤਾ, ਏਕ ਵੀ ਨਾ ਦੇ 10 20 ਹਿਰਲੇ ਤੋਂ ਮੂੜਾ ਕਹੋ ਕਾ ਕਰੇ। ਗੁਰੂ ਬਖਸ਼ਿਸ਼ਾਂ ਦਿੰਦਾ, ਰਹਿਮਤਾਂ ਦਿੰਦਾ ਏ, ਪਰ ਜੇ ਉਹ ਦੇਵੇ ਵੀ ਨਾ, ਸਾਡੇ ਕੋਲੋਂ ਖੋਹ ਵੀ ਲਵੇ, ਅਸੀਂ ਕੀ ਕਰ ਸਕਦੇ ਹਾਂ? ਇਹ ਗੱਲਾਂ ਉਦੋਂ ਪਤਾ ਲੱਗਣਗੀਆਂ ਜਦ ਅਸੀਂ ਸੁਣਾਂਗੇ, ਜਦ ਗੁਰੂ ਨੂੰ ਸੁਣ ਲਈਏ। ਹਰ ਇੱਕ ਗੱਲ ਦਾ ਜਵਾਬ ਹੈ ਗੁਰਬਾਣੀ ਦੇ ਅੰਦਰ। ਅਸੀਂ ਜੇ ਅਭਿਮਾਨ ਕਰ ਲਈਏ ਕਿ ਕਾਰੋਬਾਰ ਮੈਂ ਖੜਾ ਕੀਤਾ ਹੈ, ਜੇ ਪਰਿਵਾਰ ਮੈਂ ਪਾਲ ਰਹੇ ਹਾਂ, ਜੇ ਗੱਡੀ ਮੋਟਰ ਕਾਰ ਹੈ ਮੇਰੀ ਮਿਹਨਤ ਹੈ, 10 ਵਸਤੂ ਲੈ ਪਾਛੈ ਪਾਵੇ, ਏਕ ਬਸਤ ਕਾਰਨ ਪਿਗੋੜ ਗਵਾਵੇ। ਪਰ ਉਹ ਪ੍ਰਮਾਤਮਾ, ਉਹ ਸ਼ਕਤੀਸ਼ਾਲੀ ਐਸਾ ਹੈ, ਕਹਿੰਦੇ ਏਕ ਵੀ ਨਾ ਦੇ 10 20 ਹਿਰਲੇ ਤਾਂ ਮੂੜਾ ਕਹੋ ਕਾ ਕਰੇ। ਗੰਗੂ ਨੇ ਕਹਿ ਦਿੱਤਾ, ਗੁਰੂ ਨੇ ਦਿੱਤਾ ਕੀ ਸੀ ਮੈਨੂੰ? ਥੋੜੇ ਜਿਹੇ ਪੈਸੇ ਦੀ ਮਦਦ ਕੀਤੀ ਸੀ। ਉਹਨੂੰ ਕਹੋ ਉੱਥੇ ਖੜਾ ਰਵੇ, ਮੈਂ ਜਿਸ ਵੇਲੇ ਬਾਹਰ ਨਿਕਲਾਂਗਾ ਉਹਨੂੰ ਮਿਲਦਾ ਜਾਵਾਂਗਾ। ਹੁਣ ਉਹ ਗਰੀਬ ਰਾਜਾ ਸਿੱਖ ਸੀ, ਮੰਗਣ ਲਈ ਆਇਆ ਸੀ, ਮੰਗਣ ਵਾਲੇ ਨੂੰ ਕਿਸੇ ਨੇ ਪਾਣੀ ਦਾ ਵੀ ਨਹੀਂ ਪੁੱਛਿਆ। ਮੰਗਣ ਗਿਆ ਸੋ ਮਰ ਰਿਹਾ, ਮੰਗਤ ਮਾਨ ਨਾ ਪਾਇਆ। ਮੰਗਣ ਵਾਲੇ ਨੂੰ ਕੋਈ ਮਾਣ ਵੀ ਨਹੀਂ ਦਿੰਦਾ, ਪਾਣੀ ਦਾ ਵੀ ਨਹੀਂ ਪੁੱਛਦਾ, ਤੇ ਮਾਣ ਕੌਣ ਦੇਵੇਗਾ? ਉੱਥੇ ਖੜਾ ਰਿਹਾ। ਅੱਜ ਗੰਗੂ ਨਿਕਲੇ ਆਏ ਤੇ 7 ਘੋੜਿਆਂ ਦੇ ਰੱਥ ਤੇ ਸਵਾਰ ਸੀ। ਅਜੋਕੇ ਸਮੇਂ ਦੇ ਵਿੱਚ ਕੋਈ ਫਰਾਰੀ ਜਾਂ ਰੋਲਸ ਰੋਇਸ ਗੱਡੀ, ਕੋਈ ਮਹਿੰਗੀ ਤੋਂ ਮਹਿੰਗੀ ਗੱਡੀ ਹੁੰਦੀ ਆ, ਉਦੋਂ 7 ਘੋੜਿਆਂ ਦਾ ਰੱਥ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਸੀ। ਕਹਿੰਦੇ ਜਿਸ ਵੇਲੇ ਤੁਰਿਆ ਇਹ ਰੱਥ ਤੇ ਸੀ, ਉਹ ਸਿੱਖ ਨੂੰ ਕਹਿ ਦਿੱਤਾ ਕਿ ਮੇਰੇ ਪਿੱਛੇ ਪਿੱਛੇ ਆ ਜਾਵੇ। ਹੁਣ ਆਪ ਰੱਥ ਤੇ ਸਵਾਰ ਸੀ ਤੇ ਪਹਿਲਾਂ ਪਹੁੰਚ ਗਿਆ ਠਿਕਾਣੇ ਤੇ, ਆਪਣੀ ਦੁਕਾਨ ਉੱਤੇ, ਤੇ ਮੁਨੀਮ ਰੱਖਿਆ ਹੋਇਆ ਸੀ, ਪਹਿਲਾਂ ਹੀ ਉਹਨੂੰ ਸਮਝਾ ਦਿੱਤਾ ਗਿਆ। ਤੇ ਜਦ ਇਹ ਗਰੀਬੜਾ ਜਿਹਾ ਸਿੱਖ ਪੈਦਲ ਪੈਦਲ ਤੁਰ ਕੇ ਉੱਥੇ ਪਹੁੰਚੇ ਆਏ, ਸੁਣਾ ਕੇ ਕਹਿਣ ਲੱਗਾ 10 ਮੁਨੀਮਾਂ ਹੈ ਕੋਈ ਗੁਰੂ ਨਾਨਕ ਦਾ ਖਾਤਾ? ਹੁਣ ਮੁਨੀਮ ਪੜ੍ਹਾਇਆ ਹੋਇਆ ਸੀ, ਉਹਨੇ ਵੀ ਕਹਿ ਦਿੱਤਾ ਸ਼ਾਹ ਜੀ ਕਦੀ ਹੁੰਦਾ ਸੀ, ਹੁਣ ਬੰਦ ਹੋ ਗਿਆ। ਕਦੀ ਉਹ ਖਾਤਾ ਹੁੰਦਾ ਸੀ, ਹੁਣ ਬੰਦ ਹੋ ਗਿਆ। ਉਹ ਸਿੱਖ ਵੀ ਸਮਝ ਗਿਆ ਕਿ ਇੱਥੋਂ ਮਦਦ ਨਹੀਂ ਹੋਣੀ।
ਵਾਪਸ ਤੁਰ ਗਿਆ, ਸਾਰੀ ਗੱਲ ਦੱਸੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਗੱਲ ਕਹਿ ਦਿੱਤੀ ਕਿ ਸਿੱਖਾ ਤੇਰੀ ਮਦਦ ਤਾਂ ਗੁਰੂ ਨਾਨਕ ਦੇ ਦਰਬਾਰ ਤੋਂ ਹੋ ਜਾਵੇਗੀ, ਪਰ ਜਿਸ ਗੰਗੂ ਨੇ ਗੁਰੂ ਨਾਨਕ ਦਾ ਖਾਤਾ ਬੰਦ ਕੀਤਾ ਹੈ ਨਾ, ਇਉਂ ਜਾਣ ਅੱਜ ਦਿਨ ਤੋਂ ਬਾਅਦ ਗੰਗੂ ਦਾ ਵੀ ਖਾਤਾ ਬੰਦ ਹੋ ਗਿਆ। ਅੱਜ ਦਿਨ ਤੋਂ ਬਾਅਦ ਗੰਗੂ ਦਾ ਵੀ ਖਾਤਾ ਬੰਦ ਹੋ ਗਿਆ। ਔਰ ਉਹੀ ਗੱਲ ਬਣੀ, ਆਪਣਾ ਕਾਰੋਬਾਰ ਵਧਾਉਣ ਦੇ ਲਈ ਕਹਿੰਦੇ ਆਪਣੀਆਂ ਦੁਕਾਨਾਂ ਇਹਨੇ ਗਿਰਵੀ ਰੱਖੀਆਂ ਸਨ, ਉਹ ਕਾਰੋਬਾਰ ਚੱਲਿਆ ਨਹੀਂ। ਇੱਕ ਦੁਕਾਨ, ਦੋ ਦੁਕਾਨ, ਤਿੰਨ ਦੁਕਾਨਾਂ ਵੇਚਣੀਆਂ ਪਈਆਂ। ਹੋਇਆ ਕੀ ਹਾਲਤ ਇਹ ਬਣ ਗਈ ਕਿ ਘਰ ਵੀ ਗਿਰਵੀ ਰੱਖਣਾ ਪਿਆ। ਫੇਰ ਉਹੀ ਗੰਗੂ ਸ਼ਾਹੂਕਾਰ ਅੱਜ ਦੁਬਾਰਾ ਸੜਕ ਉੱਤੇ ਆ ਗਿਆ। ਕਬੂ ਖੀਰ ਖਾਣ ਘਿਓ ਨਾ ਪਾਵੈ, ਕਬਹੂ ਕਰ ਕਰ ਟੂਕ ਮੰਗਾਵੈ। ਕਦੀ ਤਾਂ ਸਾਹਮਣੇ ਨਾ ਖੀਰ ਰੱਖੀ ਹੁੰਦੀ ਹੈ, ਘਿਓ ਰੱਖਿਆ ਹੁੰਦਾ ਹੈ, ਸਵਾਦਲੇ ਭੋਜਨ ਰੱਖੇ ਹੁੰਦੇ ਨੇ, ਉਹ ਤੱਕ ਸਾਨੂੰ ਨਹੀਂ ਚੰਗੇ ਲੱਗਦੇ, ਤੇ ਕਦੀ ਤਾਂ ਘਰ ਘਰ ਟੁਕੜਿਆਂ ਦੇ ਲਈ ਅਸੀਂ ਭਟਕਦੇ ਫਿਰਦੇ ਹਾਂ। ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਗੁਰੂ ਐਸਾ ਹੈ, ਪਰਮਾਤਮਾ ਐਸਾ ਹੈ, ਜੇ ਪਰਮਾਤਮਾ ਦੇ ਹੁਕਮ ਅਨੁਸਾਰ ਅਸੀਂ ਚੱਲੀਏ, ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਤੂੰ ਕੀ ਸੋਚਦਾ? ਮੈਂ ਇੱਕ ਵਾਰੀ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਬੰਦਾ ਕਈ ਵਾਰੀ ਸੋਚ ਲੈਂਦਾ ਹੈ ਕਿ ਚਲੋ ਠੀਕ ਹੈ, ਪਰਮਾਤਮਾ ਨੇ ਧਨ ਦਿੱਤਾ ਹੈ ਤੇ ਮਨ ਵੀ ਪਰਮਾਤਮਾ ਵੱਲੋਂ ਹੀ ਮਿਲਿਆ, ਪਰ ਧਨ ਤਾਂ ਮੈਂ ਕਮਾਇਆ। ਕਈ ਵਾਰੀ ਬੰਦਾ ਇਉਂ ਵੀ ਇਸ ਗੱਲ ਨੂੰ ਲੈ ਲੈਂਦਾ ਕਿ ਧਨ ਤੇ ਮੈਂ ਕਮਾਇਆ। ਠੀਕ ਹੈ, ਮਨ ਪਰਮਾਤਮਾ ਨੇ ਦਿੱਤਾ ਹੈ, ਤਨ ਵੀ ਪਰਮਾਤਮਾ ਨੇ ਦਿੱਤਾ ਹੈ, ਪਰ ਯਾਦ ਰੱਖਣਾ ਸਤ ਸੰਗਤ ਜੀ, ਤਨ ਤੇ ਮਨ ਦਾ ਸੁਮੇਲ ਹੁੰਦਾ ਹੈ ਤਾਂ ਹੀ ਤੀਜੀ ਗੱਲ ਧਨ ਪੈਦਾ ਹੁੰਦਾ ਹੈ। ਹੁਣ ਤੁਸੀਂ ਆਪਣੇ ਕਾਰੋਬਾਰ ਦੇ ਵਿੱਚ ਬੈਠੇ ਹੋਏ ਹੋ, ਸ਼ੌਪ ਤੇ ਬੈਠੇ ਹੋ, ਕੋਈ ਬਿਜ਼ਨਸ ਡੀਲ ਕਰ ਰਹੇ ਹੋ, ਤੁਹਾਡਾ ਤਨ ਬੈਠਾ ਹੈ ਪਰ ਮਨ ਹੋਰ ਹੋਰ ਪਾਸੇ ਭਟਕ ਰਿਹਾ। ਕਿ ਕਾਰੋਬਾਰ ਚਲਾ ਲਓਗੇ, ਕਿ ਉਹ ਡੀਲ ਹੋ ਜਾਵੇਗੀ? ਯਾਦ ਰੱਖਣਾ, ਤਨ ਔਰ ਮਨ ਦਾ ਸੁਮੇਲ ਹੈ ਧਨ। ਤੀਜੀ ਗੱਲ ਧਨ। ਜੇ ਤਨ ਗੁਰੂ ਕੋਲੋਂ ਪਰਮਾਤਮਾ ਕੋਲੋਂ ਮਿਲਿਆ, ਜੇ ਮਨ ਗੁਰੂ ਕੋਲੋਂ ਪਰਮਾਤਮਾ ਕੋਲੋਂ ਮਿਲਿਆ ਹੈ, ਤੇ ਫਿਰ ਤੀਜੀ ਗੱਲ ਜੋ ਧਨ ਪੈਦਾ ਹੋਇਆ ਹੈ ਨਾ, ਇਹ ਵੀ ਪਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਹੈ। ਤੇ ਫਿਰ ਕਿਉਂ ਨਾ ਉਹਨੂੰ ਸੁਣੀਏ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸਗਲ ਸੁਜਾਨੀ। ਤਿੰਨ ਹੀ ਸੁਣਿਆ, ਉਹ ਸਾਨੂੰ ਵੀ ਸੁਣਦਾ ਹੈ। ਤਿੰਨ ਹੀ ਸੁਣਿਆ, ਦੂਜੇ ਲੋਕ ਨਹੀਂ ਸੁਣਨਗੇ ਸਾਨੂੰ। ਗੁਰੂ ਨੂੰ ਅਸੀਂ ਵੀ ਸੁਣਦੇ ਹਾਂ, ਪਰ ਗੁਰੂ ਸਾਡੀ ਔਕੜਾਂ ਬਾਦਾਮਾਂ ਨੂੰ ਵੀ ਸੁਣਦਾ ਹੈ। ਔਕੜਾਂ ਬਾਦਾਮਾਂ ਨੂੰ ਸੁਣ ਕੇ ਉਹਨਾਂ ਔਕੜਾਂ ਬਾਦਾਮਾਂ ਨੂੰ ਦੂਰ ਕਰੇਗਾ। ਲੋਕਾਂ ਕੋਲ ਜਾ ਕੇ ਆਪਣਾ ਦੁੱਖ ਦੱਸੋਗੇ ਤੇ ਕਹਾਵਤ ਹੈ, ਨਾਈ ਨੂੰ ਮਿਲਿਆ ਡੂਮ, ਤੇ ਉਹਨੇ ਆਪਣੀ ਗੱਲ ਸੁਣਾਈ, ਉਹਨੇ ਸ਼ੀਸ਼ਾ ਵਿਖਾਇਆ ਤੇ ਉਹਨੇ ਆਪਣੀ ਦੁੱਖ ਪ੍ਰਗਟ ਕਰ ਦਿੱਤੇ। ਬਿਲਕੁਲ ਇਸੇ ਤਰ੍ਹਾਂ ਹੀ ਹੈ, ਕਿਸੇ ਦੇ ਦੁਨਿਆਵੀ ਬੰਦੇ ਦੇ ਸਾਹਮਣੇ ਤੁਸੀਂ ਆਪਣਾ ਦੁੱਖ ਪ੍ਰਗਟ ਕਰੋਗੇ, ਕਿਸੇ ਨੂੰ ਸੁਣਾਓਗੇ, ਤੇ ਦੂਜਾ ਦੋ ਗੱਲਾਂ, ਦੋ ਡਿਫਿਕਲਟੀਜ਼, ਦੋ ਪ੍ਰੋਬਲਮਸ ਆਪਣੀਆਂ ਤੁਹਾਨੂੰ ਸੁਣਾ ਦੇਵੇਗਾ। ਪਰ ਜਿਸ ਗੁਰੂ ਨੂੰ ਸੁਣ ਰਹੇ ਹਾਂ, ਉਸ ਘਰ ਦੇ ਵਿੱਚ ਤਾਂ ਕਿਸੇ ਗੱਲ ਦਾ ਘਾਟਾ ਨਹੀਂ ਹੈ। ਉਹ ਗੰਗੂ ਵੀ ਹੁਣ ਤੁਸੀਂ ਵੇਖੋ ਨਾ, ਜਦ ਰਸਤੇ ਤੇ ਆ ਗਿਆ, ਸੋਝੀ ਪਾਈ, ਸਮਝ ਪਾਈ ਉਦੋਂ ਕਿ ਗੁਰੂ ਨਾਨਕ ਦਾ ਖਾਤਾ ਬੰਦ ਕੀਤਾ ਸੀ, ਤੇ ਵਾਕਈ ਗੁਰੂ ਨੇ ਵੀ ਮੁੱਖ ਮੋੜ ਲਿਆ। ਯਾਦ ਰੱਖਣਾ, ਪਰਮਾਤਮਾ ਜਦ ਦੇਣ ਤੇ ਆਵੇ ਨਾ, ਸਾਰੀ ਦੁਨੀਆ ਖੋਣ ਤੇ ਲੱਗ ਜਾਵੇ, ਉਹ ਬਖਸ਼ਿਸ਼ਾਂ ਤਾਂ ਵੀ ਰਹਿਣਗੀਆਂ, ਪਰ ਜੇ ਪਰਮਾਤਮਾ ਹੀ ਮੁੱਖ ਮੋੜ ਲਵੇ, ਸਾਰੀ ਦੁਨੀਆ ਦੇਣ ਤੇ ਆ ਜਾਵੇ, ਕੁਝ ਵੀ ਨਹੀਂ ਰਵੇਗਾ, ਕੁਝ ਵੀ ਨਹੀਂ ਸਵਰੇਗਾ। ਬਿਲਕੁਲ ਇਸੇ ਤਰ੍ਹਾਂ ਹੁਣ ਮੂੰਹ ਲੁਕੋ ਕੇ ਜਾਉਂਦਾ ਹੈ, ਝੂਠੇ ਭਾਂਡੇ ਮਾਂਜਦਾ ਹੈ ਗੰਗੂ, ਝਾੜੂ ਪੋਚੇ ਦੀ ਸੇਵਾ ਕਰਦਾ ਹੈ, ਪਰ ਗੁਰੂ ਦੀ ਬਖਸ਼ਿਸ਼ ਹੋ ਗਈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾਦਾਰ ਨੂੰ ਕਹਿ ਦਿੱਤਾ, ਲਿਆਓ ਬੁਲਾ ਕੇ ਉਸ ਗੰਗੂ ਨੂੰ। ਦੌੜ ਕੇ ਚਰਨਾਂ ਤੇ ਡਿੱਗਾ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਬੜੀ ਵੱਡੀ ਬੱਜਰ ਕੁਰੈਤ ਹੋਈ ਹੈ, ਤੁਹਾਡੀ ਗੱਲ ਮੈਂ ਮੰਨੀ ਨਹੀਂ, ਤੁਹਾਡੀ ਗੱਲ ਸੁਣ ਤੇ ਲਈ, ਸਮਝੀ ਨਹੀਂ ਤੇ ਮੰਨੀ ਨਹੀਂ। ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰਤਵਲ ਆਕਾਸ਼। ਸੁਣਨ ਦੀ ਗੱਲ ਹੈ ਤੇ ਸੁਣ ਕੇ ਸਮਝਣ ਦੀ ਗੱਲ ਹੈ, ਤੇ ਸਮਝਣ ਤੋਂ ਬਾਅਦ ਮੰਨਣ ਦੀ ਗੱਲ ਹੈ। ਪਰ ਤੁਸੀਂ ਵੇਖੋ ਨਾ,
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ, ਗੰਗੂ ਆ ਗਿਆ ਨਾ ਗੁਰੂ ਨਾਨਕ ਦੇ ਦਰਬਾਰ, ਅੱਜ ਵੀ ਗੁਰੂ ਤੋਂ ਠਾਏ, ਮੰਗ ਕੀ ਮੰਗਣਾ ਚਾਹੁੰਦਾ। ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਹੁਣ ਕੁਝ ਵੀ ਨਹੀਂ ਚਾਹੀਦਾ, ਹੁਣ ਮੈਨੂੰ ਨਾਮ ਦੀ ਦਾਤ ਦੇ ਦਿਓ, ਹੁਣ ਮੈਨੂੰ ਬੰਦਗੀ ਦੇ ਦਿਓ, ਸਿਮਰਨ ਦੇ ਦਿਓ, ਸੇਵਾ ਦੇ ਦਿਓ। ਪਾਤਸ਼ਾਹ ਜੀ ਕਹਿਣ ਲੱਗੇ, ਪਹਿਲਾਂ ਮੰਗਿਆ ਹੀ ਕੁਝ ਨਹੀਂ ਸੀ, ਅਸਲ ਦਾਤ ਮੰਗੀ ਹੀ ਅੱਜ ਹੈ। ਜਿਸਨੇ ਗੁਰੂ ਨੂੰ ਹੀ ਮੰਗ ਲਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗਾ ਕਿਸ ਤੇਰੇ ਨਾਲ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਦਾਤ ਝੋਲੀ ਅੜ ਕੇ ਮੰਗਦੇ ਆ, ਦਾਤ ਝੋਲੀ 'ਚ ਪੈ ਜਾਂਦੀ ਹੈ, ਪਰ ਕੋਈ ਦਾਤੇ ਨੂੰ ਹੀ ਮੰਗ ਲਵੇ, ਬਖਸ਼ਿਸ਼ਾਂ ਦੇਣ ਵਾਲੇ ਨੂੰ ਹੀ, ਉਸ ਪਰਮਾਤਮਾ ਨੂੰ ਹੀ ਮੰਗ ਲਵੇ, ਹੋਵੇਗਾ ਕਿ ਸਾਰੀਆਂ ਦਾਤਾਂ ਆਪੇ ਆ ਜਾਣਗੀਆਂ। ਗੰਗੂ ਨੂੰ ਕਹਿਣ ਲੱਗੇ, ਅਸਲ ਮੰਗਿਆ ਹੀ ਅੱਜ ਹੈ, ਦਾਤਾ ਉਹ ਨਾ ਮੰਗੀਆ, ਫਿਰ ਮੰਗਣ ਜਾਈਏ, ਪੁੱਛਾ ਸ਼ਾਹ ਉਹ ਨਾ ਕੀਚੇ, ਫਿਰ ਪਛਤਾਈਏ। ਜੇ ਮੰਗਣਾ ਹੈ ਗੁਰੂ ਕੋਲੋਂ, ਤੇ ਗੁਰੂ ਦੀ ਬੰਦਗੀ, ਪ੍ਰਮਾਤਮਾ ਦੀ ਬੰਦਗੀ, ਉਹਦੀ ਯਾਦ, ਉਹਦਾ ਸਿਮਰਨ, ਤਾਂ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ, ਤਾਂ ਹੀ ਸਾਨੂੰ ਸਮਝ ਪੈ ਸਕਦੀ ਹੈ। ਸੁਣਿਆ ਸਦ ਪੀਰ ਸਰਨਾਥ, ਸੁਣਿਆ ਧਰਤ ਵਾਲਾ ਆਕਾਸ਼, ਸੁਣਿਆ ਦੀਪ ਲੋਹ ਪਾਤਾਲ। ਕਹਿੰਦੇ ਸਾਰੇ ਦੀਪ ਲੋਹ ਪਾਤਾਲ, ਇਹ ਸਾਰਾ ਕੁਛ ਹੀ ਉਹਦੇ ਵੱਸ ਦੇ ਵਿੱਚ, ਉਹਦੇ ਹੁਕਮ ਅਨੁਸਾਰ ਚੱਲ ਰਿਹਾ। ਸੁਣਿਆ ਪੋਹ ਨਾ ਸਕਿਆ ਕਾਲ, ਕਹਿੰਦੇ ਜਿਸ ਨੂੰ ਸੁਣ ਰਹੇ ਹੋ, ਸੁਣਿਆ ਪੋਹ ਨਾ ਸਕਿਆ ਕਾਲ। ਡਰ ਵੀ ਉਹਨੂੰ ਨਹੀਂ ਸਤਾਵੇਗਾ, ਕੋਈ ਦੁੱਖ ਨਹੀਂ ਸਤਾਵੇਗਾ। ਕਹਿ ਦਿੱਤਾ ਸੀ ਨਾ ਭਾਈ ਮਤੀ ਦਾਸ ਜੀ ਨੇ, ਜਦ ਆਰਾ ਚੱਲ ਰਿਹਾ ਸੀ ਤੇ ਵੇਖਣ ਵਾਲੇ ਲੋਕਾਂ ਨੇ ਕਹਿ ਦਿੱਤਾ ਸੀ ਕਿ ਇਹਨੂੰ ਦੁੱਖ ਨਾ ਹੋ ਰਿਹਾ ਹੋਵੇਗਾ। ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਤੇ ਪੰਕਤੀ ਆ ਰਹੀ ਸੀ, ਸੁਣਿਆ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿਨੇ ਗੁਰੂ ਨੂੰ ਸੁਣਿਆ, ਗੁਰਬਾਣੀ ਨੂੰ ਸੁਣਿਆ, ਪ੍ਰਮਾਤਮਾ ਵਾਹਿਗੁਰੂ ਨੂੰ ਸੁਣਿਆ ਹੈ, ਤੇ ਫਿਰ ਉਹਦੇ ਬਾਰੇ ਕਹਿ ਦਿੱਤਾ ਗਿਆ, ਸੁਣਿਆ ਪੋਹ ਨਾ ਸਕਿਆ ਕਾਲ, ਉਹਨੂੰ ਡਰ ਵੀ ਨਹੀਂ ਸਤਾਉਂਦਾ। ਨਾਨਕ ਭਗਤਾਂ ਸਦਾ ਵਿਗਾਸ, ਹਮੇਸ਼ਾ ਉਹ ਖਿੜੇ ਰਹਿੰਦੇ ਨੇ। ਸੁਣਿਆ ਦੁੱਖ ਪਾਪ ਕਾ ਨਾਸ, ਉਹ ਦੁੱਖ ਵੀ ਮਿਟ ਜਾਂਦੇ ਨੇ, ਉਹ ਬੇਇੱਜ਼ਤੀ ਵੀ ਇੱਜ਼ਤ ਬਣ ਜਾਂਦੀ ਹੈ, ਉਹ ਦੁੱਖ ਵੀ ਸੁੱਖ ਬਣ ਜਾਂਦੇ ਨੇ ਜਦ ਉਸ ਗੁਰੂ ਨੂੰ, ਉਸ ਗੁਰਬਾਣੀ ਨੂੰ ਸੁਣ ਲਈਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਦੋਂ ਹੀ ਸਾਨੂੰ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਏ, ਸਾਡਾ ਜੀਵਨ ਕਿਸੇ ਮੰਜ਼ਿਲ ਤੱਕ ਪਹੁੰਚ ਸਕਦਾ ਏ। ਧੰਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਗ੍ਰੰਥੀ ਸਿੰਘ ਸੇਵਾਦਾਰ ਸਟਾਫ ਦਾ, ਇਹਨਾਂ ਦੇ ਸਹਿਯੋਗ ਦੇ ਨਾਲ ਆਪ ਸਤ ਸੰਗਤ ਦੇ ਰੂਬਰੂ ਹੋ ਕੇ ਕਥਾ ਦੀ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਦਾ ਏ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।